ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਪੁਰ ਆਵਾ ਬਹਰ ਅਗਾਰੀ ਜਾਏ ਪਹੁੰਚੇ ਤਾਹੇ ਮਜਾਰੀ ਰਹਿਨ ਹਿਤ ਖੋਜਤ ਰਹਿਨ ਹਿਤ ਖੋਜਤ ਥਾਏ ਜਿਨ ਕੀਨੇ ਬ੍ਰਹਮੰਡ ਬਨਾਏ। ਇਕ ਪੁਰ ਆਵਾ ਬਹਰ ਅਗਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ ਚੌਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਵਡਭਾਗੀ ਹੋ ਜੋ ਕਿ ਸੰਧਿਆ ਦੇ ਸਮੇਂ ਤੋਂ ਹੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹਾ ਲੈ ਰਹੇ ਹੋ। ਗੁਰੂ ਸਾਹਿਬ ਜੀ ਦੇ ਨਿਤਨੇਮ ਨਾਲ ਹੀ ਸੁੰਦਰ ਦਰਬਾਰ ਦੀਵਾਨ ਸਜ ਰਹੇ ਹੈ। ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਆਪ ਗੁਰੂ ਦੀਆਂ ਸੰਗਤਾਂ ਨਿਤਨੇਮ ਨਾਲ ਹੀ ਨਤਮਸਤਕ ਹੁੰਦੇ ਹੋ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਘਰ ਦੀ ਮਿਤ ਮਰਿਆਦਾ ਦੇ ਅਨੁਸਾਰ ਜੋ ਨਿਤਨੇਮ ਨਾਲ ਹੀ ਆਪਾਂ ਗੁਰ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਗੁਰੂ ਸਾਹਿਬ ਜੀ ਮਿੰਟ ਗੁਮਰੀ ਜ਼ਿਲ੍ਹੇ ਦੇ ਇੱਕ ਨਗਰ 7 ਘਰਾਂ ਵਿੱਚ ਪਹੁੰਚੇ, ਜਿੱਥੋਂ ਦਾ ਸ਼ਾਹੂਕਾਰ ਬਹੁਤ ਦੁਖੀ ਸੀ। ਗੁਰੂ ਮਹਾਰਾਜ ਨੂੰ ਸੁਖੀ ਕਰਨ ਵਾਸਤੇ ਗਏ।
तो उस शाहूकार ਨੂੰ ਇਹ ਦੱਸਿਆ ਵੀ ਸ਼ਾਹੂਕਾਰਾ ਜੀਵ ਜਿਹੜਾ ਹੈ ਜੀਵ ਦੇ ਮੰਦੇ ਕਰਮਾਂ ਕਰਕੇ ਉਹਨੂੰ ਦੁੱਖ ਪ੍ਰਾਪਤ ਹੁੰਦਾ ਹੈ। ਪਿਛਲੇ ਜੋ ਉਹਨੇ ਕਰਮ ਮਾੜੇ ਮੰਦੇ ਕੀਤੇ ਆ ਉਹਨਾਂ ਦਾ ਸਦਕਾ ਹੀ ਦੁੱਖ ਪਾਉਂਦਾ ਹੈ। ਤਾਂ ਹੀ ਇਹ ਆਪਣੇ ਕੰਮਾਂ ਕਰਕੇ ਰੋਂਦਾ ਪਿੱਟਦਾ ਹੈ, ਭਾਵੇਂ ਉਹ ਮੰਦਾ ਕਰਮ ਕਿਸੇ ਰੂਪ ਵਿੱਚ ਹੀ ਹੋਏ। ਇਸ ਕਰਕੇ ਮਨੁੱਖ ਨੂੰ ਐਸੇ ਕਰਮ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਕਰਕੇ ਉਹਨੂੰ ਦੁੱਖ ਪ੍ਰਾਪਤ ਹੋਵੇ, ਅਤੇ ਚੰਗੇ ਤੋਂ ਚੰਗਾ ਕਰਮ ਕਰੇ ਜਿਸ ਕਰਕੇ ਹਰ ਸਮੇਂ ਸੁੱਖ ਹੀ ਸੁੱਖੇ ਲਵੇ। ਇਸੇ ਤਰ੍ਹਾਂ ਹੀ ਫਿਰ ਗੁਰੂ ਜੀ ਨੇ ਸ਼ਬਦ ਦੇ ਰਾਹੀਂ ਕਈ ਸਾਖੀਆਂ ਜਿਹੜੀਆਂ ਸੁਣਾਈਆਂ, ਅਤੇ ਉਹ ਸ਼ਬਦ ਸੁਣ ਕੇ ਭਾਈ ਮਰਦਾਨਾ ਜੀ ਨੇ ਕਿਹਾ, ਮਹਾਰਾਜ ਇਹ ਜਿਹੜਾ ਸ਼ਬਦ ਹੈ ਇਹਦੇ ਅਰਥ ਵੀ ਮੈਨੂੰ ਕਰਕੇ ਸੁਣਾ ਦਿਓ। ਫਿਰ ਗੁਰੂ ਸਾਹਿਬ ਜੀ ਨੇ ਉਹ ਸਾਰਾ ਵਿਸਥਾਰ ਨਾਲ ਦੱਸਿਆ, ਅਤੇ ਜੋ ਬਚਨ ਆਪਾਂ ਕੱਲ੍ਹ ਸਰਵਣ ਕਥਾ ਕਰ ਰਹੇ ਸੀ, ਜਨਮੇਜੇ ਰਾਜੇ ਦੀ ਕਥਾ, ਜੋ ਵੇਦ ਵਿਆਸ ਜੀ ਦਾ ਬਚਨ ਭੁੱਲ ਗਿਆ ਅਤੇ ਪਾਪੀ ਹੋਣ ਦੇ ਕਾਰਨ ਕੋੜੀ ਹੋ ਕੇ ਦੁੱਖ ਪਾ ਕੇ ਉਹ ਮਰਿਆ ਸੀ। ਜਿਸ ਜਨਮੇਜੇ ਨੇ 12 ਗੋਤਰਾਂ ਦੇ ਬ੍ਰਾਹਮਣ ਮਾਰ ਦਿੱਤੇ, ਕੋੜ ਹੋ ਗਿਆ। ਵੇਦ ਵਿਆਸ ਜੀ ਮਹਾਂਭਾਰਤ ਸੁਣਾਉਣੀ ਸ਼ੁਰੂ ਕਰ ਦਿੱਤੀ, ਇਹਦਾ ਸਾਰਾ ਕੋੜ ਨਿਵਰਤ ਹੋ ਗਿਆ। ਜਦੋਂ ਪ੍ਰਸੰਗ ਆਇਆ ਵੀ ਇਸ ਤਰ੍ਹਾਂ ਰਾਜਾ ਭੀਮ ਸੈਨ ਬਲੀ ਉਹਨਾਂ ਨੇ ਹਾਥੀ ਜਿਹੜੇ ਹੈ ਆਕਾਸ਼ ਵਿੱਚ ਚੜ੍ਹਾਏ ਹੈ, ਉਹ ਅੱਜ ਤੱਕ ਆਕਾਸ਼ ਵਿੱਚ ਹੀ ਘੁੰਮ ਫਿਰ ਰਹੇ ਹੈ, ਕਿਉਂਕਿ ਇੱਕ ਸਸਵਾਰ ਚੱਕਰ ਹੈ, ਬੜੀ ਤਿੱਖੀ ਤੇਜ਼ ਹਵਾ ਚੱਲਦੀ ਆਕਾਸ਼ ਵਿੱਚ ਮੰਨੀ ਗਈ। ਉਹ ਸਸਵਾਰ ਚੱਕਰ ਵਿੱਚ ਜਿਹੜੀ ਚੀਜ਼ ਆ ਜਾਏ ਫਿਰ ਉਹ ਥੱਲੇ ਨਹੀਂ ਆਉਂਦੀ, ਨਾ ਤਾਂ ਹੀ ਜਾਂਦੀ ਹੈ, ਉੱਥੇ ਹੀ ਉਹ ਘੁੰਮੀ ਜਾਂਦੀ ਉਸੇ ਹਨੇਰੀ 'ਚ। ਅਤੇ ਇਸ ਕਰਕੇ ਉਹ ਹਾਥੀ ਵੀ ਉਹਦੇ ਵਿੱਚ ਹੀ ਜਿਹੜੇ ਘੁੰਮ ਫਿਰ ਰਹੇ ਸੀ। ਆ ਜਿਹੜੇ ਹੁਣ ਕੋਈ ਹਵਾਈ ਜਹਾਜ਼ ਖੜ੍ਹਦੇ ਆ ਜਾਂ ਪਲਾਟ ਆਪਣੇ ਭੇਜਦੇ ਆ, ਆ ਗ੍ਰਹਿ ਗੁਰੂ ਜੇ ਮਜਾਲਾਂ ਮਜੂਲਾਂ, ਅਤੇ ਸਾਰੇ ਉਸ ਤੋਂ ਬਚ ਕੇ ਰਹਿੰਦੇ ਆ ਸਸਮਾਰ ਚੱਕਰ ਤੋਂ, ਕਿਉਂਕਿ ਜਿਹੜੀ ਵਸਤੂ ਉਹਦੇ ਵਿੱਚ ਆ ਗਈ ਉਹ ਫਿਰ ਥੱਲੇ ਨਹੀਂ ਆ ਸਕਦੀ, ਉੱਥੇ ਉਹ ਆਕਾਸ਼ ਵਿੱਚ ਹੀ ਘੁੰਮੀ ਜਾਂਦੀ। ਅਤੇ ਵੇਦ ਵਿਆਸ ਜੀ ਨੇ ਜਦੋਂ ਇਹ ਪ੍ਰਸੰਗ ਸੁਣਾਇਆ ਵੀ ਹਾਥੀ ਵਿੱਚ ਚੱਲੀ ਜਾ ਰਹੇ, ਆਕਾਸ਼ ਵਿੱਚ ਚੜ੍ਹਾਏ ਵਾਪਸ ਨਹੀਂ ਆਏ। ਜਨਮੇਜੇ ਦੇ ਨੱਕ 'ਤੇ ਉਸ ਵੇਲੇ ਕੋੜ ਰਹਿ ਗਿਆ ਸੀ, ਅਤੇ ਇਹਨੇ ਨੱਕ ਜਿਹਾ ਚੜ੍ਹਾ ਦਿੱਤਾ। ਕਹਿੰਦਾ ਵੀ ਇਹ ਤਾਂ ਗੱਪ ਨਿਰੀ ਗੱਪ ਹੈ, ਆਕਾਸ਼ ਵਿੱਚ ਤਾਂ ਤੀਲਾ ਨਹੀਂ ਟਿਕ ਸਕਦਾ, ਕੋਈ ਚੀਜ਼ ਸੁੱਟੋ ਠਾਂ ਡਿੱਗ ਪੈਂਦੀ ਹੈ, ਅਤੇ ਇਹ ਨਿਰਾ ਹੀ ਝੂਠ ਹੈ। ਇਸ ਤਰ੍ਹਾਂ ਨਾਲ ਭਾਈ ਮਰਦਾਨਾ ਉਹ ਰੋਵੈ ਜਨਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਭਇਆ। ਵੇਦ ਵਿਆਸ ਜੀ ਦਾ ਬਚਨ ਭੁੱਲ ਗਿਆ, ਤੋ ਬਚਨ ਆ ਪੂਰਾ ਮੰਨਿਆ, ਨੱਕ ਚੜ੍ਹਾ ਦਿੱਤਾ, ਗੱਪ ਕਹਿ ਦਿੱਤੀ, ਪਾਪੀ ਬਣ ਗਿਆ, ਅਤੇ ਜਿਹੜੀ ਉਹਦੀ ਮੌਤ ਹੋ ਗਈ ਕੋੜ ਦੇ ਨਾਲ ਉਹ ਮਰਿਆ। ਕਿ ਉਹ ਮੰਦਾ ਕਰਮ ਕੀਤਾ, ਨਾ ਉਹ ਇਹ ਗੱਲ ਕਹਿੰਦਾ ਕਿ ਝੂਠ ਹੈ, ਅਤੇ ਸਾਰਾ ਕੋੜ ਨਿਵਰਤ ਹੋ ਜਾਂਦਾ, ਰੋਗ ਦੂਰ ਹੋ ਜਾਂਦਾ, ਸੁਰਜੀਤ ਰਹਿੰਦਾ। ਫਿਰ ਬ੍ਰਾਹਮਣਾਂ ਨੂੰ ਮਾਰਿਆ, ਇੱਕ ਜਨਾਨੀ ਬਦਲੇ ਆਪਣੇ 18 ਗੋਤਰਾਂ ਦੇ ਬ੍ਰਾਹਮਣ ਮਾਰ ਦਿੱਤੇ, ਉਹ ਵੀ ਪਾਪ ਲੱਗਾ, ਕੋੜ ਹੋ ਗਿਆ, ਤਾਂ ਹੀ ਤਾਂ ਉਹਦੀ ਮੌਤ ਹੋਈ। ਇਸ ਕਰਕੇ ਵੀ ਸ਼ਾਹੂਕਾਰਾ ਐਸੇ ਮੰਦੇ ਕਰਮ ਨਹੀਂ ਕਰਨੇ ਚਾਹੀਦੇ ਜਿਸ ਕਰਕੇ ਵੀ ਇਹ ਮਨੁੱਖ ਨੂੰ ਦੁੱਖ ਪਾਉਣਾ ਪਵੇ, ਰੋਂਦਾ ਰੋਂਦਾ ਮਰ ਜਾਏ। ਪੰਡਿਤ ਲੋਕ ਰੋਂਦੇ ਹੈ, ਪੰਡਿਤ ਰੋਗ ਹੈ ਗਿਆਨ ਗਵਾਏ। ਜਦੋਂ ਗਾਂਗੇ ਤੇਲੀ ਵਰਗਿਆਂ ਅੱਗੇ ਆਪਣਾ ਗਿਆਨ ਗਵਾ ਲੈਂਦੇ ਹੈ, ਇਸ਼ਾਰਿਆਂ ਦੀ ਚਰਚਾ ਵਿੱਚ ਹਾਰ ਜਾਂਦੇ, ਅਤੇ ਪੰਡਿਤ ਰੋਂਦੇ ਹੈ ਵੀ ਕਾਹਨੂੰ ਇਹ ਚਰਚਾ ਕਰਨੀ ਸੀ, ਇੰਨੇ ਵਿਦਵਾਨ ਹੋ ਕੇ ਗਾਂਗੇ ਤੇਲੀ ਵਰਗਿਆਂ ਕੋਲੋਂ ਹਾਰ ਗਏ ਆ। ਉਹ ਵੀ ਫਿਰ ਰੋਂਦੇ ਹੈ
ਜਦੋਂ ਗਿਆਨ ਦੀਆਂ ਗੱਲਾਂ ਕਰਦੇ ਆਪ ਕਮਾਈ ਨਹੀਂ ਕਰਦੇ ਤਾਂ ਵੀ ਰੋਂਦੇ ਹੈ। ਅੰਤ ਵੇਲੇ ਉਹ ਫੜੇ ਜਾਂਦੇ ਹੈ, ਪਕੜੇ ਜਾਂਦੇ, ਜੰਮ ਦੀ ਮਾਰ ਪੈਂਦੀ ਹੈ। ਇਸੇ ਤਰ੍ਹਾਂ ਬਾਲੀ ਰੋਵੇ ਨਾਹੇ ਪਧਾਰ, ਇਸਤਰੀ ਰੋਂਦੀ ਹੈ ਜਦੋਂ ਦਾ ਪਤੀ ਨਹੀਂ ਨੂੰ ਮਿਲਦਾ ਹੈ, ਪਤੀ ਬਿਨਾਂ ਉਹ ਰੋਂਦੀ ਹੈ। ਨਾਨਕ ਦੁਖੀਆ ਸਭ ਸੰਸਾਰ ਹੈ। ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਇਸ ਤਰ੍ਹਾਂ ਦੁਖੀ ਹੈ। ਮੰਨੇ ਨਾਉ, ਜਿਹੜੇ ਨਾਮ ਨੂੰ ਮੰਨਦੇ ਹੈ ਪਰਮੇਸ਼ਰ ਦੇ ਨੂੰ, ਉਹ ਬਾਜੀ ਜਿੱਤ ਕੇ ਜਾਂਦੇ ਹੈ। ਸ਼ਾਹੂਕਾਰਾ ਹੋਰ ਜਿਹੜੇ ਕਰਮ ਹੈ ਉਹਦੇ ਹਿਸਾਬ ਕਿਤਾਬ ਵਿੱਚ ਧਰਮ ਰਾਜਾ ਉਹਨਾਂ ਦਾ ਲੇਖਾ ਜੋਖਾ ਲੈਂਦਾ ਹੈ। ਜਿਹੜੇ ਨਾਮ ਦੀ ਕਮਾਈ ਕਰਦੇ ਹੈ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਏ ਦੇ ਜਿਹੜਾ ਲੇਖਾ ਜੋਖਾ ਉਹ ਸੱਚੀ ਦਰਗਾਹ ਵਿੱਚ ਪਾੜਿਆ ਜਾਂਦਾ, ਉਹਦਾ ਕੋਈ ਨਾਮ ਵਾਲੇ ਦਾ ਹਿਸਾਬ ਕਿਤਾਬ ਨਹੀਂ ਹੁੰਦਾ। ਇਹ ਗੁਰੂ ਸਾਹਿਬ ਜੀ ਨੇ ਸਾਨੂੰ ਸ਼ਬਦ ਦੇ ਰਾਹੀਂ ਸਿੱਖਿਆ ਦਿੱਤੀ ਸ਼ਾਹੂਕਾਰ ਦੇ ਦੁਆਰਾ ਕਿ ਜਿੰਨੇ ਗਿਣਾਏ ਰਾਜੇ, ਇੱਕ ਇੱਕ ਕਰਮ ਕੀਤਾ ਸਭ ਨੇ ਮਾੜਾ। ਸਮੇਂ ਦੇ ਅਵਤਾਰਾਂ ਨੇ ਵੀ ਉਹਦੇ ਕਾਰਨ ਹੀ ਰੋਣਾ ਪਿਆ, ਦੁਖੀ ਹੋਏ। ਇਸੇ ਸ਼ਬਦ ਵਿੱਚ ਹੀ ਕਈ ਤੁਕ ਬੋਲ ਦਿੰਦੇ ਵੀ ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜੇ ਨਾਮ ਆਧਾਰ। ਇਹ ਗੁਰਬਾਣੀ ਵਿੱਚ ਤੁਕ ਨਹੀਂ ਹੈਗੀ, ਜੇ ਸੁਖੀ ਸੋ ਸੁਖੀਆ ਜੇ ਨਾਮ ਆਧਾਰ। ਇਹ ਤਾਂ ਕਈ ਮਹਾਂਪੁਰਸ਼ ਜਿਹੜੇ ਧਾਰਨਾ ਲਾਉਂਦੇ ਸੀ ਉਹਨਾਂ ਇਹ ਤੁਕ ਬੋਲੀ ਹੋਈ ਹੈ, ਗੁਰਬਾਣੀ ਵਿੱਚ ਇਹ ਤੁਕ ਨਹੀਂ ਹੈਗੀ। ਕਈ ਕਹਿ ਦਿੰਦੇ ਆ ਨਾ ਵੀ ਮਹਾਰਾਜ ਨੇ ਕਿਹਾ ਸੋ ਸੁਖੀਆ ਜੇ ਨਾਮ ਆਧਾਰ, ਇਵੇਂ ਉਹ ਤੁਕ ਗੁਰਬਾਣੀ ਵਿੱਚ ਹੈਗੀ ਨਹੀਂ ਹੈ। ਇਵੇਂ ਸਾਧ ਸੰਗਤ ਜੀ ਆਪਾਂ ਪ੍ਰਸੰਗ ਵਿਸਥਾਰ ਨਾਲ ਜਿਹੜਾ ਸਰਵਣ ਕਰ ਲਿਆ। ਸ਼ਾਹੂਕਾਰ ਦੀ ਘਰ ਦੀ ਨੂੰ ਵੀ ਸਿੱਖਿਆ ਦਿੱਤੀ, ਦੋਵਾਂ ਨੂੰ ਗਿਆਨ ਦਾ ਉਪਦੇਸ਼ ਦੇ ਕੇ ਮਹਾਰਾਜ ਜੀ ਜਿਵੇਂ ਅੱਗੇ ਚਲੇ ਗਏ, ਉਹ ਪ੍ਰਸੰਗ ਵਿਸਥਾਰ ਨਾਲ ਆ ਰਹੇ ਹੈ। ਆਓ ਆਪਾਂ ਸਰਵਣ ਕਰੀਏ, ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਪੁਰ ਆਵਾ ਬਹਰ ਅਗਾਰੀ। ਮਿੰਟ ਗੁਮਰੀ ਜ਼ਿਲ੍ਹੇ ਤੋਂ ਗੁਰੂ ਸਾਹਿਬ ਜੀ ਜੋ 7 ਘਰਾ ਨਗਰ ਸੀ, ਇੱਥੋਂ ਚੱਲ ਕੇ ਅੱਗੇ ਚਲੇ ਗਏ। ਅੱਗੇ ਇੱਕ ਸ਼ਹਿਰ ਆ ਗਿਆ, ਇਹ ਵੀ ਮਿੰਟ ਗੁਮਰੀ ਜ਼ਿਲ੍ਹੇ ਦਾ ਹੀ ਸ਼ਹਿਰ ਸੀ। ਦੀਪਾਲਪੁਰ ਇਸ ਦਾ ਨਾਮ ਸੀ, ਅਤੇ ਦੀਪਾਲਪੁਰ ਮਿੰਟ ਗੁਮਰੀ ਜ਼ਿਲ੍ਹੇ ਦਾ ਸ਼ਹਿਰ ਹੈ। ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਜਾਏ ਪਹੁੰਚੇ ਤਾਹੇ ਮਝਾਰੀ। ਜਾਏ ਪਹੁੰਚੇ, ਪਿਛੇ ਪਾਠ ਗਲਤ ਹੋਈ। ਜਾਏ ਪਹੁੰਚੇ ਤਾਹੇ ਮਝਾਰੀ। ਗੁਰੂ ਸਾਹਿਬ ਜੀ ਦੀਪਾਲਪੁਰ ਸ਼ਹਿਰ ਵਿੱਚ ਜਾ ਪਹੁੰਚੇ। ਰਨ ਰਹਿਨ ਹਿਤ ਖੋਜਤ ਥਾਏ। ਇੱਥੇ ਸ਼ਹਿਰ ਵਿੱਚ ਕਿਤੇ ਰਾਤ ਰਹੀਏ, ਰਾਤ ਹੋ ਗਈ ਹੈ। ਰਾਤ ਰਹਿਣ ਵਾਸਤੇ ਗੁਰੂ ਸਾਹਿਬ ਜੀ ਆਪਣੇ ਟਿਕਣ ਵਾਸਤੇ ਥਾਂ ਲੱਭ ਰਹੇ ਹੈ। ਜਿਨ ਕੀਨੇ ਬ੍ਰਹਮੰਡ ਬਣਾਏ। ਭਾਈ ਬਾਲਾ ਜੀ ਕਹਿੰਦੇ ਜਿਨ੍ਹਾਂ ਸਤਿਗੁਰਾਂ ਨੇ ਕਰੋੜਾਂ ਕਰੋੜ ਬ੍ਰਹਿਮੰਡ ਬਣਾਏ ਸਵਾਰੇ, ਅੱਜ ਆਪ ਦੀਪਾਲਪੁਰ ਸ਼ਹਿਰ ਵਿੱਚ ਰਹਿਣ ਲਈ ਥਾਂ ਲੱਭ ਰਹੇ ਮਹਾਰਾਜ। ਤਹਾਂ ਬਸੇਰਾ ਦੇਤ ਨਾ ਕੋ। ਇੱਧਰ ਦੀਪਾਲਪੁਰ ਦੇ ਜਿਹੜੇ ਲੋਕ ਹੈ, ਗੁਰੂ ਸਾਹਿਬ ਜੀ ਨੂੰ ਕਿਤੇ ਵੀ ਬੈਠਣ ਨਹੀਂ ਦਿੰਦੇ, ਬਸੇਰਾ ਟਿਕਾਣਾ ਨਹੀਂ ਦਿੰਦੇ ਬਹਿਣ ਵਾਸਤੇ। ਬੈਠੇ ਜਹਾਂ ਉਠਾਵਹਿ ਸੋ। ਜਿੱਥੇ ਮਹਾਰਾਜ ਬੈਠਦੇ ਆ ਇਹ ਦੀਪਾਲਪੁਰ ਦੇ ਲੋਕ ਉੱਥੇ ਹੀ ਉਠਾ ਦਿੰਦੇ, ਇੱਥੇ ਨਹੀਂ ਬਹਿਣਾ ਫਕੀਰ ਜੀ, ਉੱਠੋ ਇੱਥੋਂ। ਜਿਵੇਂ ਕੰਗਣਪੁਰ ਦੇ ਭੈੜੇ ਲੋਕ ਸਨ, ਇਵੇਂ ਇਹਨਾਂ ਦੀ ਮੱਤ 'ਤੇ ਪੜਦਾ ਹੀ ਪਿਆ ਹੋਇਆ ਸੀ। ਮੰਦਮਤੀ ਪਿਖ ਨਰ ਤਿਹ ਥਾਏ। ਇਹ ਦੀਪਾਲਪੁਰ ਸ਼ਹਿਰ ਦੇ ਜਿਹੜੇ ਪੁਰਸ਼ ਹੈ, ਲੋਕ ਹੈ, ਭੈੜੀ ਮੱਤ ਵਾਲੇ ਸਤਿਗੁਰੂ ਜੀ ਨੇ ਵੇਖ ਕੇ ਪੁਰ ਤੇ ਵਹਿਰ ਪ੍ਰਭੂ ਪੁਨ ਆਏ। ਗੁਰੂ ਸਾਹਿਬ ਜੀ ਦੀਪਾਲਪੁਰ ਸ਼ਹਿਰ ਦੇ ਬਾਹਰ-ਬਾਹਰ ਇਹਦੇ ਜੰਗਲ ਵਿੱਚ ਫਿਰ ਆ ਗਏ। ਇਹ ਦੱਖਣ ਪੂਰਬ
ਦਾ ਜਿਹੜਾ ਪਾਸਾ ਸ਼ਹਿਰ ਦੇ ਬਾਹਰ ਖੇਤਾਂ ਵਿੱਚ, ਇੱਧਰ ਮਹਾਰਾਜ ਆ ਗਏ। ਉਤੋ ਕੁਸ਼ਟ ਯੁਤ ਏਕ ਫਕੀਰਾ। ਉਸ ਜੰਗਲ ਵਿੱਚ ਇੱਕ ਪਿੱਪਲ ਦੇ ਹੇਠਾਂ ਕੁਟੀਆ ਸੀ, ਜਿਹਦੇ ਵਿੱਚ ਇੱਕ ਫਕੀਰ ਕੋੜ ਦੇ ਸਹਿਤ ਰਹਿ ਰਿਹਾ ਸੀ। ਉਹਨੂੰ ਕੋੜ ਹੋਇਆ ਸੀ ਅਤੇ ਇਹਦਾ ਨਾਮ ਸੀ ਪਹਿਲਾਂ ਨੁਰੰਗਾ ਫਕੀਰ ਜਾਂ ਨੂਰਾ ਫਕੀਰ। ਕੋੜ ਹੋਣੇ ਕਰਕੇ ਲੋਕ ਇਹਨੂੰ ਨੂਰਾ ਕੋੜੀ ਕਹਿੰਦੇ ਸਨ। ਨਿਸ ਬਾਸੁਰ ਬਹੁ ਪਾਵਤ ਪੀਰਾ। ਰਾਤ ਹੋਵੇ ਦਿਨ ਹੋਵੇ, ਕੋੜ ਕਰਕੇ ਬੜੀ ਵਿਚਾਰਾ ਪੀੜ ਪਾ ਰਿਹਾ ਸੀ, ਦੁੱਖ ਪਾਉਂਦਾ ਸੀ। ਦੇਖ ਦਇਆ ਨਿਧ ਕਰਣਾ ਆਈ। ਦੇਖ ਕੇ ਇਸ ਵਿਚਾਰੇ ਵਿਲਕਦੇ ਕੋੜੀ ਨੂੰ, ਤੇ ਗੁਰੂ ਸਾਹਿਬ ਜੋ ਕਿਰਪਾ ਦੇ ਖਜ਼ਾਨੇ ਹੈ, ਬਹੁਤ ਦਇਆ ਆਈ ਹੈ ਮਹਾਰਾਜ ਜੀ ਨੂੰ। ਝੁੰਗੀ ਢਿਗ ਬੈਠੇ ਜਗ ਸਾਈ। ਸੰਸਾਰ ਦੇ ਸਾਈਂ ਗੁਰੂ ਨਾਨਕ ਸਾਹਿਬ ਜੀ ਦੀ ਝੁੱਗੀ ਦੇ ਹੇਠਾਂ ਜਾ ਬੈਠੇ। ਇੱਥੇ ਨਹੀਂ ਆਇਆ, ਉਂਝ ਮਹਾਂਪੁਰਸ਼ਾਂ ਨੇ ਕਥਾ ਵਿੱਚ ਦੱਸਿਆ ਵੀ ਉੱਥੇ ਅੱਜ ਕੱਲ੍ਹ ਪਿੱਪਲ ਵੀ ਸੁਭਾਏਮਾਨ ਹੈ। ਜਿਸ ਇੱਕ ਪਿੱਪਲ ਸੀ, ਇਹਦੀ ਝੁੱਗੀ ਦੇ ਨਾਲ ਕੋਲ ਹੀ ਜਿਹੜਾ ਸੁੱਕਾ ਸੀ, ਅਤੇ ਜਦੋਂ ਹੀ ਮਹਾਰਾਜ ਉਹ ਪਿੱਪਲ ਦੇ ਹੇਠਾਂ ਜਾ ਬੈਠੇ ਆ, ਉਸੇ ਵੇਲੇ ਪਿੱਪਲ ਹਰਿਆ ਭਰਿਆ ਹੋ ਗਿਆ। ਅਤੇ ਗੁਰੂ ਮਹਾਰਾਜ ਪਿੱਪਲ ਦੇ ਹੇਠਾਂ ਜਾ ਬੈਠੇ ਦੀ ਝੁੰਗੀ ਦੇ ਕੋਲ। ਕਹਾ ਫਕੀਰ ਬੰਦ ਕਰ ਦੋ। ਇਹ ਫਕੀਰ ਵਿਚਾਰਾ ਬੜਾ ਵਿਲਕ ਰਿਹਾ ਹੈ। ਫਿਰ ਵੀ ਮੇਰੇ ਕੋਲ ਕੋਈ ਆਇਆ, ਕੋਈ ਸੰਤ ਫਕੀਰ, ਦੋਵੇਂ ਹੱਥ ਜੋੜ ਕੇ ਬੋਲਿਆ, ਮੋਰ ਸਮੀਪ ਨਾ ਆਵਤ ਕੋ। ਐ ਸੰਤ ਜੀ, ਮਹਾਤਮਾ ਜੀ, ਮੇਰੇ ਕੋਲ ਤੇ ਦੁਖੀ ਹੋਏ ਤੇ ਕੋਈ ਨਹੀਂ ਨੇੜੇ ਆਉਂਦਾ। ਠੱਗ ਭਾਗਾ ਪਿਖ ਗਿਣਤੀ ਕਿਆ ਨਰ। ਮੈਨੂੰ ਤੇ ਵੇਖ ਕੇ ਮਹਾਰਾਜ ਪੰਛੀ ਵੀ ਭੱਜ ਜਾਂਦੇ ਵੀ ਇੰਨਾ ਮਾੜਾ ਇਹਨੂੰ ਬਿਮਾਰੀ ਹੋਈ ਪਈ ਹੈ। ਮਨੁੱਖ ਦੀ ਤੇ ਭਲਾ ਗਿਣਤੀ ਕੀ ਹੈ ਮਹਾਰਾਜ। ਤੁਮ ਆਏ ਮੋਹ ਪਰ ਕਰਨਾ ਕਰ। ਪਰ ਆਪ ਜੀ ਮੇਰੇ ਤੇ ਕਿਰਪਾ ਦੀ ਖਾਣ, ਗੁਰੂ ਮਹਾਰਾਜ ਜੀ ਕਿਰਪਾ ਹੀ ਕਰਕੇ ਆਇਓ ਮੇਰੇ ਪਾਸ। ਰੈਨ ਬਸੇਰਾ ਕਰ ਤਿਹ ਥਾਨਾ। ਗੁਰੂ ਮਹਾਰਾਜ ਜੀ ਦੁੱਖ ਦੂਰ ਕਰਨ ਵਾਲੇ ਨਾ, ਸੱਚੇ ਪਾਤਸ਼ਾਹ ਦੁੱਖ ਦੂਰ ਕਰਨ ਵਾਸਤੇ ਤੇ ਆਏ ਹੈ। ਇਸ ਕਰਕੇ ਘਿਰਨਾ ਨਹੀਂ ਕੀਤੀ ਵੀ ਕੋੜ ਹੋਇਆ ਤੇ ਅਸੀਂ ਵੀ ਚੱਲੀਏ ਇੱਥੋਂ। ਮਹਾਰਾਜ ਜੀ ਉਹ ਰਾਤ ਜਿਹੜੀ ਹੈ ਇਹਦੀ ਕੁਟੀਆ ਦੇ ਕੋਲ ਹੀ ਬਸੇਰਾ ਕਰ ਲਿਆ, ਟਿਕਾਣਾ ਕਰ ਲਿਆ ਹੈ। ਨਹ ਪੌਡੇ ਬੈਠੇ ਗਤ ਦਾਨਾ। ਭਾਈ ਬਾਲਾ ਜੀ ਕਹਿੰਦੇ ਆ, ਗੁਰੂ ਸਾਹਿਬ ਜੀ ਉਹ ਜਿਹੜੇ ਦਿਨ ਹੈ ਨਾ, ਮਹਾਰਾਜ ਬੈਠੇ ਨਹੀਂ ਹੈ, ਸ਼ਾਮ ਦੇ ਵੇਲੇ ਪਹੁੰਚੇ ਸਨ, ਅਤੇ ਮਹਾਰਾਜ ਰਾਤ ਪੈ ਰਹੀ ਹੈ, ਅੱਜ ਲੇਟੇ ਨਹੀਂ ਹੈ, ਬੈਠੇ ਰਹੇ ਮੁਕਤੀ ਦਾ ਤੇ ਸਤਿਗੁਰੂ। ਸਭ ਨਿਸ ਕੁਸ਼ਟੀ ਸੰਕਟ ਪਾਵੈ। ਸਾਰੀ ਰਾਤ ਹੀ ਇਹ ਜਿਹੜਾ ਕੋੜੀ ਵਿਚਾਰਾ ਬੜਾ ਇਹ ਸੰਕਟ ਦੁੱਖ ਪਾ ਰਿਹਾ ਸੀ। ਹਾਏ ਹਾਏ ਕਹਿ ਕੇ ਬਿਲ ਲਾਵੈ। ਉਹ ਇਵੇਂ ਸੀ ਵੀ ਜਦੋਂ ਮਹਾਰਾਜ ਜਾ ਕੇ ਬੈਠੇ ਆ, ਉਦੋਂ ਥੋੜ੍ਹਾ ਦਿਨ ਹੈਗਾ ਸੀ, ਅਤੇ ਇਸ ਨੂੰ ਗੁਰੂ ਸਾਹਿਬ ਜੀ ਦਾ ਰੂਪ ਦਿਖਦਾ ਸੀ, ਅਤੇ ਜਿਸ ਕਰਕੇ ਇਹਦੀ ਥੋੜ੍ਹੀ ਪੀੜ ਦੂਰ ਹੋਈ ਅਤੇ ਸ਼ਾਂਤ ਹੋ ਕੇ ਬਹਿ ਗਿਆ। ਜਦੋਂ ਘੁੱਬ ਹਨੇਰਾ ਰਾਤ ਪੈ ਗਈ, ਗੁਰੂ ਸਾਹਿਬ ਜੀ ਦਾ ਨੂੰ ਸਰੂਪ ਨਾ ਦਿਖੇ, ਫਿਰ ਉਹੀ ਉਹ ਹਾਲਤ ਹੋ ਗਈ, ਪੀੜ ਹੋਣੀ ਸ਼ੁਰੂ ਹੋ ਗਈ। ਵਿਚਾਰਾ ਹਾਏ ਮਰ ਗਿਆ, ਹਾਏ ਮਰ ਗਿਆ, ਇਵੇਂ ਕਹਿ ਕੇ ਵਿਲਕਦਾ ਹੈ। ਦੋਹਰਾ ਅਰਧ ਨਿਸਾ ਬੀਤੀ ਜਬ ਹੈ। ਜਦੋਂ ਅੱਧੀ ਰਾਤ ਬੀਤ ਗਈ, ਲੰਘ ਗਈ ਹੈ। ਸ੍ਰੀ ਬੇਦੀ ਕੁਲ ਕੇਤ। ਜੋ ਸੋਭਾ ਵਾਲੇ ਬੇਦੀਆਂ ਦੇ ਕੁਲ ਦੇ ਧੁਜਾ ਨਿਸ਼ਾਨ ਰੂਪ ਹੈ ਗੁਰੂ ਨਾਨਕ ਸਾਹਿਬ ਜੀ। ਸ਼ਬਦ ਉਚਾਰਨ ਕੀਨ ਤਬ। ਭਾਈ ਮਰਦਾਨੇ ਜੀ ਨੂੰ ਕਿਹਾ, ਮਰਦਾਨਾ ਰਬਾਬ ਵਜਾ, ਗੁਰਬਾਣੀ ਅਸੀਂ ਉਚਾਰਨ ਲੱਗੇ ਹਾਂ। ਉਸ ਵੇਲੇ ਸ਼ਬਦ ਉਚਾਰਨ ਕੀਤਾ। ਸੰਕਟ ਕਟਨੇ ਹੇਤ। ਉਸ ਨੂਰੇ ਕੋੜੀ ਦਾ ਵੀ ਦੁੱਖ ਦੂਰ ਕਰਨ ਵਾਸਤੇ, ਆਉਣ ਵਾਲੇ ਲੋਕਾਂ ਦਾ ਵੀ ਦੁੱਖ ਕੱਟਣ ਵਾਸਤੇ। ਧਨਾਸਰੀ ਮਹੱਲਾ ਪਹਿਲਾ। ਜਿਉ ਤਪਤ ਹੈ ਬਾਰੋ ਬਾਰ। ਧਨਾਸਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਮਹੱਲਾ ਪਹਿਲਾ ਪਹਿਲੇ ਸਰੂਪ ਬਚਨ ਕਰਦੇ ਹੈ। ਭਾਈ ਮਰਦਾਨਾ ਜੀ, ਭਾਈ ਬਾਲਾ ਜੀ
ਇਹ ਕੋੜੀ ਵਿਚਾਰਾ ਵਿਲਕ ਰਿਹਾ ਸੀ, ਸਭ ਨੂੰ ਸੁਣਾ ਕੇ ਕਹਿ ਰਹੇ ਆ ਵੀ ਜੀਓ, ਜੋ ਜੀਵ ਆਤਮਾ ਨਾ, ਇਹ ਜੀਵ ਹੈ, ਇਹ ਵਿਚਾਰਾ ਤਪਦਾ ਹੈ ਬਾਰ-ਬਾਰ ਕਾਮ ਕਰਕੇ, ਕ੍ਰੋਧ, ਲੋਭ, ਮੋਹ, ਹੰਕਾਰ, ਦੁੱਖਾਂ ਕਰਕੇ, ਰੋਗਾਂ ਕਰਕੇ, ਐਵੇਂ ਵਿਚਾਰਾ ਤ੍ਰਿਸ਼ਨਾ ਦੀ ਅੱਗ ਕਰਕੇ ਵੀ ਸੜਦਾ ਰਹਿੰਦਾ, ਬਾਰ-ਬਾਰ ਤਪਦਾ ਇਹ ਜੀਵ। ਤਪ ਤਪ ਖਪੈ ਬਹੁਤ ਬੇਕਾਰ, ਮਨ ਕਰਕੇ ਵਿਕਾਰ ਬਹੁਤ ਹੈ, ਬਹੁਤ ਹੀ ਵਿਕਾਰ ਮਨ ਵਿੱਚ ਹੋਣੇ ਕਰਕੇ ਤਪਦਾ ਹੈ। ਸਰੀਰ ਕਰਕੇ ਵੀ ਬਹੁਤ ਸੜ ਕੇ ਖਪੇ ਕਹੀਏ ਨਾਸ ਹੁੰਦਾ ਹੈ। ਜੈ ਤਨ ਬਾਣੀ ਵਿਸਰ ਜਾਏ, ਇਹ ਭਾਈ ਜਿਹਦੇ ਤਨ ਕਹੀਏ ਸੂਖਮ ਸਰੀਰ, ਤੇ ਸੂਖਮ ਸਰੀਰ ਤੋਂ ਲੈਣਾ ਅਰਥ ਮਨ। ਅੱਜ ਜਿਨ੍ਹਾਂ ਦੇ ਮਨ ਵਿੱਚੋਂ ਪਰਮੇਸ਼ਰ ਦੀ, ਗੁਰੂ ਦੀ ਬਾਣੀ ਅੰਮ੍ਰਿਤ ਰੂਪ ਵਿਸਰ ਜਾਏ, ਭੁੱਲ ਜਾਂਦੀ ਹੈ। ਜਿਉ ਪੱਕਾ ਰੋਗੀ ਵਿਲ ਲਾਏ, ਉਹ ਐਵੇਂ ਵਿਲਕਦੇ ਆ ਜਿਵੇਂ ਪੱਕਾ ਰੋਗੀ ਵਿਲਕਾ ਮਾਰਦਾ। ਪੱਕਾ ਰੋਗੀ ਕਿਹਨੂੰ ਕਿਹਾ ਜਾਂਦਾ? ਕੋੜੀ ਨੂੰ। ਜਿਵੇਂ ਕੋੜੀ ਵਿਲਕਦਾ ਐਵੇਂ ਕੋੜੀਆਂ ਵਾਂਗ ਉਹ ਵਿਲਕਦੇ ਐ। ਬਹੁਤਾ ਬੋਲਣ ਝਖਣ ਹੋਏ, ਇਹ ਭਾਈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿਹੜੀਆਂ ਬਹੁਤੀਆਂ ਸੰਸਾਰੀ ਗੱਲਾਂ ਕਰਨੀਆਂ ਐ, ਇਹਦੇ ਬਹੁਤਾ ਬੋਲਣ ਝੱਖਣ ਹੋਏ। ਝੱਖਣ ਹੀ ਹੁੰਦਾ ਵਿਅਰਥ ਹੀ ਬੋਲਣਾ ਵਾਹਿਗੁਰੂ ਦੇ ਨਾਮ ਤੋਂ ਬਿਨਾਂ। ਬਿਨ ਬੋਲੇ ਜਾਣੈ ਸਭ ਕੋ, ਬਿਨ ਬੋਲੇ ਜਾਣੈ ਸਭ ਸੋਏ। ਉਹ ਪਰਮਾਤਮਾ ਦੇ ਬਿਨ ਬੋਲਿਆਂ ਸਭ ਕੁਝ ਜਾਣਦਾ, ਉਹਦੇ ਬਿਨ ਬੋਲਿਆਂ ਹੀ ਸਭ ਕੁਝ ਜਾਣਦਾ ਹੈ ਪਰਮਾਤਮਾ। ਰਹਾਉ ਜਿਨ ਕੰਨ ਕੀਤੇ ਅੱਖੀ ਨਾਕ, ਇਹ ਜਣਾਉਂਦੇ ਹੋਏ ਜੀਵ ਨੂੰ ਵੀ ਤੇਰੇ ਤੇ ਪਰਮਾਤਮਾ ਨੇ ਵੇਖ ਲਾ ਕਿੰਨੇ ਉਪਕਾਰ ਕੀਤੇ, ਤੂੰ ਹੈ ਭਲਿਆ ਤੂੰ ਭੁੱਲ ਗਿਆ ਰੱਬ ਨੂੰ, ਹੁਣ ਤੂੰ ਗੱਲਾਂ ਕਰਦਾ। ਕਹਿੰਦੇ ਮਹਾਰਾਜ ਵੇਖ ਹੇ ਜੀਵ, ਜਿਨੇ ਪਰਮੇਸ਼ਰ ਨੇ ਤੈਨੂੰ ਸੁਣਨ ਵਾਸਤੇ ਤੇਰੇ ਕੰਨ ਕੀਤੇ ਬਣਾਏ ਹੋਏ ਹੈ, ਜਿਸ ਮਾਲਕ ਨੇ ਤੈਨੂੰ ਦੇਖਣ ਵਾਸਤੇ ਅੱਖਾਂ ਦਿੱਤੀਆਂ ਹੈ, ਜਿਸ ਪਰਮਾਤਮਾ ਨੇ ਤੈਨੂੰ ਵੀ ਇੱਥੇ ਗੰਦੀ ਥਾਂ ਕਿ ਚੰਗੀ ਥਾਂ ਹੈ ਇਸ ਵਾਸਤੇ ਨੱਕ ਦਿੱਤਾ, ਸੁਗੰਧੀ ਦੁਰਗੰਧੀ ਲੈਣ ਵਾਸਤੇ। ਜਿਨ ਜਿਹਵਾ ਦਿੱਤੀ ਬੋਲੇ ਤਾਤ, ਇਸੇ ਤਰ੍ਹਾਂ ਇਹ ਤਾਤ ਕਹੀਏ ਹੈ ਪਿਆਰੇ, ਜਿਸ ਪਰਮੇਸ਼ਰ ਨੇ ਤੈਨੂੰ ਜਿਹਵਾ ਜ਼ੁਬਾਨ ਦਿੱਤੀ ਹੈ ਵੀ ਤੂੰ ਤਾਤ ਕਹੀਏ ਪਿਆਰੇ ਪਿਆਰੇ ਬਚਨ ਬੋਲੇ ਸਭ ਨੂੰ। ਜਿਸ ਪਰਮਾਤਮਾ ਨੇ ਤੈਨੂੰ ਜ਼ੁਬਾਨ ਦਿੱਤੀ ਹੈ ਵੀ ਤੂੰ ਤਾਤ ਕਹੀਏ ਤੜਕ ਤੜਕ ਛੇਤੀ ਛੇਤੀ ਬੋਲੇ। ਜਿਸ ਪਰਮਾਤਮਾ ਨੇ ਤੈਨੂੰ ਇਹ ਜ਼ੁਬਾਨ ਦਿੱਤੀ ਹੈ ਵੀ ਤੂੰ ਤੋਤਲੇ ਤੋਤਲੇ ਬਚਨ ਬੋਲੇ, ਇਹ ਮਾਲਕ ਨੂੰ ਯਾਦ ਕਰ। ਜਿਨ ਮਨ ਰਾਖਿਆ ਅਗਨੀ ਪਾਏ, ਜਿਸ ਪਰਮੇਸ਼ਰ ਨੇ ਮਨ ਕਹੀਏ ਇਸ ਜੀਵ ਨੂੰ ਮਾਤਾ ਦੀ ਗਰਭ ਦੇ ਵਿੱਚ ਜਿਹੜੀ ਜਠਰਾ ਅਗਨੀ ਉਹਦੇ ਵਿੱਚ ਪਾ ਕੇ ਰੱਖਿਆ ਤੇ ਇਹਦੀ ਰੱਖਿਆ ਕੀਤੀ, ਰੱਖਣਾ ਕੀਤਾ ਹੈ, ਬਚਾਇਆ ਹੈ। ਮਾਂ ਦੇ ਪੇਟ ਦੀ ਅਗਨੀ ਦਾ ਸੇਕ ਨਹੀਂ ਲੱਗਣ ਦਿੱਤਾ। ਵਾਜੈ ਪਵਨ ਆਖੈ ਸਭ ਜਾਏ, ਜਦੋਂ ਵਾਹਿਗੁਰੂ ਦੇ ਹੁਕਮ ਅਨੁਸਾਰ ਉਹ ਮਾਤਾ ਦੀ ਗਰਭ ਵਿੱਚ ਪ੍ਰਸੂਤਾ ਪਾਉਣ ਵੱਜਦੀ ਹੈ, ਚੱਲਦੀ ਹੈ, ਉਹ ਬੱਚਾ ਪੈਦਾ ਹੁੰਦਾ, ਆਖੇ ਸਭ ਜਾਏ। ਸਾਰੇ ਲੋਕ ਕਹਿੰਦੇ ਹੈ ਬੱਚਾ ਪੈਦਾ ਹੋ ਗਿਆ, ਬੱਚਾ ਪੈਦਾ ਹੋ ਗਿਆ ਹੈ। ਜੇਤਾ ਮੋਹ ਪ੍ਰੀਤ ਸਵਾਦ, ਇਹ ਭਾਈ ਜਿੰਨਾ ਹੀ ਹੈ ਨਾ ਸਰੀਰ ਦਾ ਮੋਹ ਕਰਨਾ ਆਪਣੇ ਦਾ, ਫਿਰ ਸਕੇ ਸੰਬੰਧੀਆਂ ਦਾ ਪ੍ਰੀਤੀ ਕਰਨੀ ਹੈ ਤੇ ਮਨ ਸਮੰਨੇ ਵਿਸ਼ਿਆਂ ਦੇ ਸਵਾਦ ਲੈਣੇ ਹੈ। ਸਭਾ ਕਾਲਖ ਦਾਗਾ ਦਾਗ, ਸਭਾ ਕਾਲਖ ਦਾਗਾ ਦਾਗ, ਇਹ ਸਾਰੇ ਜੀਵ ਕਾਲਖ ਪਾਪਾਂ ਕਰਕੇ, ਪਾਪਾਂ ਦੇ ਧੱਬਿਆਂ ਕਰਕੇ ਦਾਗ ਕਹੀਏ ਕਲੰਕੀ ਹੋ ਰਹੇ ਹੈ। ਦਾਗ ਦੋਸ ਮੋਹਿ ਚੱਲਿਆ ਲਾਏ, ਐਵੇਂ ਮੂੰਹ ਦੇ ਉੱਪਰ ਪਾਪਾਂ ਦੇ ਜਿਹੜੇ ਪਾਪਾਂ ਕਰਕੇ ਕਲੰਕ ਲਾ ਕੇ ਦੇ ਚਲਿਆ ਜਾਂਦਾ ਇਸ ਸੰਸਾਰ ਤੋਂ। ਦਰਗਹ ਬੈਸਣ ਨਾਹੀ ਜਾਏ, ਜਦੋਂ ਸੱਚੀ ਦਰਗਾਹ ਵਿੱਚ ਜਾਂਦਾ ਉੱਥੇ ਬੈਠਣ ਵਾਸਤੇ ਚੰਗੀ ਥਾਂ ਨਹੀਂ ਕੋਈ ਪ੍ਰਾਪਤ ਹੁੰਦੀ। ਜਾਏ ਕਹੀਏ ਜਗ੍ਹਾ
ਥਾਂ ਨਹੀਂ ਪ੍ਰਾਪਤ ਹੁੰਦਾ ਚੰਗਾ। ਕਰਮ ਮਿਲੈ ਆਖਣ ਤੇਰਾ ਨਾਉ। ਇਹ ਪਰਮੇਸ਼ਰ, ਜੇ ਨਿਸ਼ਕਾਮ ਕਰਮ ਕੀਤੇ ਹੋਣ, ਸੇਵਾ ਕਰਤ ਹੋਏ ਨਿਹਕਾਮੀ, ਜੇ ਨਿਸ਼ਕਾਮ ਤੇਰੀ ਸੇਵਾ ਕੀਤੀ ਹੋਵੇ ਤੇ ਤੂੰ ਹੇ ਪਰਮਾਤਮਾ ਗੁਰੂ ਰੂਪ ਹੋ ਕੇ ਮਿਲਦਾ ਹੈ। ਅਤੇ ਉਹ ਗੁਰੂ ਜਦੋਂ ਮਿਲਦੇ ਫਿਰ ਨਾਮ ਦੀ ਬਖਸ਼ਿਸ਼ ਹੁੰਦੀ ਹੈ। ਅਤੇ ਆਖਣ ਤੇਰਾ ਨਾਮ, ਆਖਣ ਨੂੰ ਤੇਰਾ ਨਾਮ ਮਿਲਦਾ ਮਹਾਰਾਜ, ਫਿਰ ਨਾਮ ਜਪਿਆ ਜਾਂਦਾ ਹੈ। ਇਸੇ ਤਰ੍ਹਾਂ ਕਰਮ ਮਿਲੇ, ਜੇ ਕਰਮ ਚੰਗੇ ਹੋਣ ਤਾਂ ਪਰਮਾਤਮਾ ਮਿਲਦਾ ਹੈ, ਅਤੇ ਤਾਂ ਹੀ ਉਹਦਾ ਆਖਣ ਨੂੰ ਨਾਮ ਮਿਲਦਾ ਹੈ ਭਾਈ। ਜਿਤ ਲਗ ਤਰਨਾ ਹੋਰ ਨਹੀਂ ਥਾਉ। ਜਿਸ ਨਾਮ ਦੇ ਨਾਲ ਲੱਗ ਕੇ ਤਰਨਾ ਹੁੰਦਾ ਹੈ, ਹੋਰ ਤੇ ਕੋਈ ਥਾਂ ਟਿਕਾਣਾ ਨਹੀਂ ਹੈ ਤਰਨ ਦਾ ਇਸ ਸੰਸਾਰ ਤੋਂ। ਜੇ ਕੋ ਡੁੱਬੈ ਫਿਰ ਹੋਵੈ ਸਾਰ। ਜੇ ਕੋਈ ਡੁੱਬ ਜਾਵੇ ਤੇ ਉਹ ਚੀਕਾਂ ਮਾਰੇ, ਇਹ ਗੱਲ ਕਹੇ ਵੀ ਮੈਂ ਡੁੱਬ ਰਿਹਾ, ਲੋਕੋ ਮੈਨੂੰ ਬਚਾਓ, ਲੋਕੋ ਮੈਨੂੰ ਬਚਾਓ, ਤੇ ਮਹਾਰਾਜ ਕਹਿੰਦੇ ਫਿਰ ਹੋਵੈ ਸਾਰ। ਫਿਰ ਜੇ ਉਹਦੀ ਖਬਰ ਸਾਰ ਹੋ ਸਕਦੀ ਹੈ, ਫਿਰ ਤੇ ਲੋਕ ਉਹਨੂੰ ਕੱਢ ਸਕਦੇ ਹੈ ਵੀ ਡੁੱਬ ਰਿਹਾ, ਚੀਕਾਂ ਮਾਰ ਰਿਹਾ ਹੈ। ਇਸੇ ਤਰ੍ਹਾਂ ਜੇ ਕੋ ਡੁੱਬੈ ਫਿਰ ਹੋਵੈ ਸਾਰ। ਜੇ ਕੋਈ ਡੁੱਬਦਾ ਹੋਵੇ ਨਾ ਸੰਸਾਰ ਦੇ ਮੋਹ ਮਮਤਾ ਦੇ ਵਿੱਚ, ਇੱਥੇ ਵਿਸ਼ਿਆਂ ਵਿਕਾਰਾਂ ਵਿੱਚ, ਅਤੇ ਉਹ ਉੱਚੀ ਉੱਚੀ ਕਵੇ ਹੇ ਪਰਮੇਸ਼ਰ, ਹੇ ਗੁਰੂ ਨਾਨਕ ਸਾਹਿਬ ਮਹਾਰਾਜ, ਮੈਂ ਤਾਂ ਡੁੱਬ ਰਿਹਾ, ਮੈਂ ਤਾਂ ਗਰਕ ਹੋ ਰਿਹਾ ਸੰਸਾਰ ਵਿੱਚ ਡੁੱਬਦਾ। ਫਿਰ ਹੋਵੈ ਸਾਰ, ਉਹਦੀ ਪਰਮਾਤਮਾ ਖਬਰਸਾਰ ਲੈ ਲੈਂਦਾ, ਫਿਰ ਉਹਦੀ ਖਬਰਸਾਰ ਹੋ ਜਾਂਦੀ ਹੈ, ਉਹਨੂੰ ਮਾਲਕ ਫਿਰ ਕੱਢ ਲੈਂਦਾ ਹੈ। ਜਿਹੜਾ ਇਹ ਗੱਲ ਕਹਿੰਦਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਕਰ ਗਏ ਲਿਓ ਦਿਆਲ ਸਾਗਰ ਸੰਸਾਰਿਆ। ਮਹਾਰਾਜ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਕੱਢ ਲਓ ਇਹ ਸੰਸਾਰ ਸਮੁੰਦਰ ਤੋਂ। ਜੇ ਕੋਈ ਡੁੱਬਦਾ ਹੋਵੇ ਉਹਦੀ ਸਾਰ ਸੰਭਾਲ ਹੋ ਜਾਂਦੀ, ਜੇ ਉਹ ਚੀਕ ਚਿਹਾੜਾ ਮਾਰੇ। ਨਾਨਕ ਸਾਚਾ ਸਰਬ ਦਾਤਾਰ। ਮਹਾਰਾਜ ਕਹਿੰਦੇ ਉਹ ਪਰਮੇਸ਼ਰ ਜੋ ਹੈ ਸੱਚਾ ਹੈ, ਸਾਰਿਆਂ ਦਾ ਦਾਤਾ ਹੈ, ਦਾਤਾਂ ਦੇਣ ਵਾਲਾ, ਉਹੀਓ ਇਕੱਲਾ ਦਾਤਾਰ ਹੈ ਭਾਈ। ਚੌਪਈ ਸ੍ਰੀ ਗੁਰ ਸਰਬ ਸ਼ਬਦ ਮੁਖ ਭਨਾ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਦੋਂ ਸੋਭਾ ਵਾਲੇ ਮੁਖ ਤੋਂ ਐਸਾ ਸ਼ਬਦ ਕਿਹਾ, ਦੂਸ਼ਣ ਕਰ ਕੁਸ਼ਟੀ ਨਾ ਸੁਨਾ। ਤੇ ਜਿਹੜਾ ਹੈ ਕੋੜੀ ਸੀ ਨਾ ਨੂਰਾ, ਇਹਨੇ ਚੁੱਪ ਕਰਕੇ ਸ਼ਬਦ ਨੂੰ ਸੁਣਿਆ। ਭਾਈ ਦੇਹ ਤਤਕਾਲ ਅਰੋਗੰ। ਸ਼ਬਦ ਸੁਣਦਿਆਂ ਉਹਦੀ ਜਿਹੜੀ ਦੇਹ ਹੈ ਨਾ ਬੜੀ ਛੇਤੀ ਅਰੋਗੰਗ ਹੋਈ, ਨਿਰੋਗ ਹੋ ਗਈ, ਤੰਦਰੁਸਤ ਹੋ ਗਿਆ। ਕਿੱਥੇ ਕੋੜ ਹੋਇਆ ਪਿਆ ਸੀ, ਸੋਨੇ ਵਰਗੀ ਦੇਹ ਹੋ ਗਈ ਇਹ ਸ਼ਬਦ ਸੁਣਦਿਆਂ ਹੀ। ਬਿਨਸ ਗਏ ਮਨ ਕੇ ਸਭ ਸੋਗੰ। ਤੇ ਮਨ ਦੇ ਸਾਰੇ ਉਹਦੇ ਸੋਗ ਗਾਮੀ ਨਾਸ ਹੋ ਗਏ। ਇਹ ਸ਼ਬਦ ਨੂੰ ਪੜ੍ਹਨ ਦਾ ਇੰਨਾ ਮਹੱਤਵ ਹੈ ਵੀ ਵੱਡੇ ਵੱਡੇ ਰੋਗ ਦੂਰ ਹੋ ਜਾਂਦੇ ਆ ਸ਼ਬਦ ਨਾਲ। ਅਤੇ ਕਈ ਜਿਹੜੇ ਹੈਗੇ ਨਾ ਚੁੰਚ ਗਿਆਨੀ, ਝੋਲੀ ਚੁੱਕ ਗਿਆਨੀ, ਉਹ ਬੜਾ ਕੀ ਕਹਿੰਦੇ ਹੈ, ਉਹ ਕਹਿੰਦੇ ਹੈ ਜੀ ਆਖੇ ਜੀ ਆਹ ਜਿਹੜੇ ਸ਼ਬਦ ਹੈ ਨਾ ਗੁਰਬਾਣੀ ਦੇ ਜਾਂ ਸ਼ਲੋਕ ਮਹੱਲੇ ਨਾਵੇਂ ਦੇ 9ਵੇਂ ਪਾਤਸ਼ਾਹ ਦੇ, ਇਹ ਨਹੀਂ ਪੜ੍ਹਨੇ ਚਾਹੀਦੇ। ਕਿ ਆ ਜਦੋਂ ਘਰਾਂ ਵਿੱਚ ਕਿਤੇ ਹੁਕਮਨਾਮੇ ਆ ਹੀ ਜਾਂਦੇ ਆ, ਕਹਿੰਦੇ ਇਹ ਨਹੀਂ ਪੜ੍ਹਨੇ ਚਾਹੀਦੇ, ਬੜੇ ਸਖਤ ਸ਼ਬਦ ਹੈ। ਇਹ ਸ਼ਬਦ ਜੇ ਪੜ੍ਹਨਾ ਤਾਂ ਇਹੋ ਜਿਹੇ ਪੜ੍ਹੋ, ਇਹੋ ਜਿਹੇ ਹੁਕਮਨਾਮੇ ਲਿਆ ਕਰੋ। ਕਈਆਂ ਨੇ ਤਾਂ ਕਿਤਾਬ ਹੀ ਲਿਖ ਮਾਰੀ ਹੈ, ਆਗੈ ਸੁਖ ਮੇਰੇ ਮੀਤਾ, ਪਾਤਸ਼ਾਹ ਆਨੰਦ ਪ੍ਰਭ ਕੀਤਾ, ਗੁਰਪੂਰੇ ਕੀਤੀ ਪੂਰੀ, ਐਵੇਂ ਗੁਰਪੂਰੇ ਪੂਰੀ ਕੀਨੀ। ਹੋਰ ਕਈ ਸ਼ਬਦ ਕਹਿੰਦੇ ਹੈ, ਆਪਣਾ ਗੁਰੂ ਧਿਆਏ। ਕਹਿੰਦੇ ਵੀ ਇਹੋ ਜਿਹੇ ਸ਼ਬਦ ਖੁਸ਼ੀ ਵਾਲੇ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਇਹੋ ਜਿਹੇ ਸ਼ਬਦ ਕਹਿੰਦੇ ਪੜ੍ਹਿਆ ਕਰੋ, ਕਿਰਪਾ ਹੋ ਜਾਏਗੀ। ਆਹ ਨਾ ਸ਼ਬਦ ਪੜ੍ਹਿਆ ਕਰੋ, ਇਹ ਸਖਤੀ ਦੇ ਸ਼ਬਦ ਨੇ। ਇੰਨਾ ਮੱਤ 'ਤੇ ਪੜ੍ਹਦਾ ਵੀ ਵੇਖ ਲਓ ਆਹ ਸ਼ਬਦ ਕੀ ਹੋਇਆ ਸ਼ਬਦ ਨੂੰ। ਆਹ ਸ਼ਬਦ ਮਹਾਰਾਜ ਨੇ ਪੜ੍ਹਿਆ ਅਤੇ ਕੋੜੀ ਦਾ ਰੋਗ ਦੂਰ ਹੋ ਗਿਆ। ਅਤੇ ਉਹ ਲੋਕਾਂ ਨੇ ਕਿਤਾਬਾਂ ਲਿਖੀਆਂ ਹੋਈਆਂ ਕਿ ਜੀ ਆਹ ਸ਼ਬਦ ਨਹੀਂ ਪੜ੍ਹੀ ਦੇ, ਦੂਸਰੇ ਕਿਰਪਾ ਵਾਲੇ ਸ਼ਬਦ ਪੜ੍ਹੋ, ਕਿਰਪਾ ਹੋ ਜਾਏਗੀ। ਜਮਾ ਹੀ ਉਹਨਾਂ ਲੋਕਾਂ ਦਾ ਸਤਿਆਨਾਸ਼ ਹੋਇਆ ਪਿਆ, ਮਗਰੇ ਲੋਕਾਂ ਦਾ, ਸੁਣਨ ਵਾਲਿਆਂ ਦਾ, ਪੜ੍ਹਨ ਵਾਲਿਆਂ ਦਾ। ਅਤੇ
ਅੱਜ ਜਦੋਂ ਆਨੰਦ ਸਾਹਿਬ ਬਾਣੀ ਪੜ੍ਹਦੇ ਆ ਨਾ, ਤੇ ਕਈ ਲੋਕ ਵਿਚਾਰੇ ਮਗਰੇ ਉੱਚੀ ਉੱਚੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਲੋਕ ਸੋਚਦੇ ਵੀ ਲੱਗਦਾ ਹੁਣੇ ਆਨੰਦ ਹੀ ਹੋ ਜਾਣਾ ਹੈ, ਪਰ ਬਚਨ ਨਹੀਂ ਪੜ੍ਹਦੇ ਵੀ ਸਤਿਗੁਰੂ ਮੈਂ ਪਾਇਆ, ਗੁਰੂ ਪਾਇਆ ਤਾਂ ਆਨੰਦ ਹੋਇਆ। ਅਸੀਂ ਗੁਰੂ ਤੇ ਕੋਈ ਪਾਇਆ ਨਹੀਂ, ਆਨੰਦ ਕਿੱਥੋਂ ਹੋ ਜੇ। ਇਵੇਂ ਕਹਿਣ ਨਾਲ ਕੁਝ ਨਹੀਂ ਹੁੰਦਾ। ਗੁਰਬਾਣੀ ਦੇ ਤੇ ਸਾਧ ਸੰਗਤ ਜੀ ਜਿੰਨੇ ਸ਼ਬਦ ਹੈ ਸਾਰੇ ਭਲੇ ਦੀ ਗੱਲ ਕਰਦੇ ਆ ਮਹਾਰਾਜ। ਸਾਡੇ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ, ਤੇ ਸਤਿਗੁਰੂ ਸਭਨਾਂ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਗੁਰੂ ਤੇ ਸਾਰਿਆਂ ਦਾ ਭਲਾ ਮਨਾਉਂਦਾ, ਫਿਰ ਉਹਨਾਂ ਲੋਕਾਂ ਦਾ ਬੁਰਾ ਕਿਵੇਂ ਹੋ ਸਕਦਾ। ਐਵੇਂ ਲੋਕ ਚਲਾਕੀਆਂ ਕਰਦੇ ਆ, ਹੁਕਮਨਾਮੇ ਵੀ ਆਪਣੀ ਮਨਮਰਜ਼ੀ ਦੇ ਕਹਿੰਦੇ ਕੱਢ ਲਈਏ ਅਤੇ ਆ ਖੁਸ਼ੀਆਂ ਵੰਡ ਕੇ ਆ ਜਾਈਏ ਕਿਸੇ ਦੇ ਘਰ, ਅਤੇ ਲੋਕ ਵੀ ਬੜੇ ਖੁਸ਼ ਹੁੰਦੇ ਆ ਐਸਾ ਹੁਕਮਨਾਮਾ ਆਇਆ ਸੀ। ਕੋਈ ਵੀ ਸ਼ਬਦ ਆਵੇ ਸਾਧ ਸੰਗਤ ਜੀ ਸਾਨੂੰ ਸਿੱਖਿਆ ਹੀ ਹੈ। ਰੇ ਮਨ ਕੌਣ ਕੁਮਤ ਤੈ ਲੀਨੀ, ਕਿਤੇ ਕਿਤੇ ਮਹਾਰਾਜ ਜੀ ਨੇ ਮਨ ਨੂੰ ਤਾੜ ਕੇ ਕਿਹਾ, ਜਿਵੇਂ ਮਾਂ ਪਿਓ ਬੱਚੇ ਨੂੰ ਕਹਿ ਦਿੰਦਾ ਹੈ, ਕਿਸੇ ਵੇਲੇ ਗੁੱਸੇ ਨਾਲ ਕਹਿੰਦਾ ਹੈ, ਕਿਸੇ ਵੇਲੇ ਪਿਆਰ ਨਾਲ ਕਹਿੰਦਾ ਹੈ, ਅਤੇ ਬੱਚੇ ਦੀ ਭਲਾਈ ਵਾਸਤੇ ਹੀ ਮਾਂ ਪਿਓ ਕਹਿੰਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਿਤੇ ਕਿਤੇ ਮਨ ਨੂੰ ਤਾੜ ਕੇ ਕਹਿੰਦੇ ਹੈ, ਅਤੇ ਕਿਤੇ ਕਿਤੇ ਸਿੱਧਾ ਕਹਿੰਦੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਮੇਰੇ ਮਨ ਗੁਰ ਕੀ ਮਨ ਲੈ ਰਜਾਏ। ਉੱਥੇ ਪ੍ਰੇਮ ਨਾਲ ਕਿਹਾ ਹੈ। ਕਿਤੇ ਕਿਤੇ ਮਹਾਰਾਜ ਜੀ ਨੇ ਫਿਰ ਮਨ ਨੂੰ ਤਾੜਿਆ ਵੀ, ਕਿਉਂਕਿ ਮਨ ਇਹੀ ਤੇ ਸਾਰੇ ਨੇ ਰੌਲੇ ਪਾਏ ਹੋਏ ਹੈ। ਇਵੇਂ ਸਾਧ ਸੰਗਤ ਜੀ ਸ਼ਬਦ ਗੁਰਬਾਣੀ ਦਾ ਕੋਈ ਵੀ ਪੜ੍ਹੋ ਲਾਹਾ ਹੈ। ਇਹੀ ਸ਼ਬਦ ਪੜ੍ਹਿਆ ਮਹਾਰਾਜ ਜੀ ਨੇ, ਕੋੜੀ ਦਾ ਰੋਗ ਦੂਰ ਹੋ ਗਿਆ। ਅਤੇ ਸਾਨੂੰ ਵੀ ਕੋੜੀ ਹੋਏ ਆ, ਕਦੀ ਈਰਖਾ ਦੇ ਕੋੜ, ਕਦੀ ਨਿੰਦਿਆ ਦੇ ਕੋੜ, ਇਹ ਵੀ ਰੋਗ ਹੀ ਹੈ। ਇਹ ਸ਼ਬਦ ਪੜ੍ਹੋ ਅਤੇ ਇਹਦੇ ਨਾਲ ਲਾਹਾ ਹੋਏਗਾ, ਰੋਗ ਦੂਰ ਹੋਣਗੇ। ਇਵੇਂ ਸਤਿਗੁਰ ਦੀ ਸਾਰੀ ਬਾਣੀ ਦਾ ਸਤਿਕਾਰ ਕਰਨਾ ਹੈ। ਉਹ ਜਿਹੜੇ ਚੁੰਚ ਗਿਆਨੀ ਹੈ ਝੋਲੀ ਚੁੱਕਾਂ ਦੀ ਨਹੀਂ ਮੰਨਣੀ। ਬਿਨਸ ਗਏ ਮਨ ਕੇ ਸਭ ਸੋਗੰ, ਐਵੇਂ ਉਹ ਕੋੜੀ ਜਿਹੜਾ ਨੂਰਾ ਕੋੜੀ ਜਿਹਦਾ ਨਾਮ ਪੈ ਗਿਆ ਸੀ, ਹੁਣ ਤੇ ਨਰੰਗਾ ਹੀ ਹੋ ਗਿਆ। ਫਿਰ ਐ ਸੋਨੇ ਵਰਗੀ ਦੇਹ ਹੋ ਗਈ, ਸਾਰੇ ਸੋਗ ਗਮ ਉਹਦੇ ਨਾਸ ਹੋ ਗਏ। ਨਿਰਮਲ ਭਾਈ ਮਨੀਖਾ ਤਬ ਹੀ, ਤਦੋਂ ਹੀ ਉਹਦੀ ਜਿਹੜੀ ਸ਼ਬਦ ਸੁਣ ਕੇ ਬੁੱਧੀ ਨਿਰਮਲ ਹੋ ਗਈ ਹੈ, ਆਤਮ ਵਿਛੈਣੀ ਬੁੱਧ ਬਣ ਗਈ ਹੈ। ਮਨ ਮਲੀਨਤਾ ਨਾਸੀ ਸਭ ਹੀ, ਸਾਰੀ ਮਨ ਦੀ ਜਿਹੜੀ ਮਲੀਨਤਾਈ ਹੈ, ਮਾਲ ਵਿਖੇਪ ਅਵਰਨ ਸਭ ਨਾਸ ਹੋ ਗਏ ਹੈ। ਭਾਈ ਭੋਰ ਪਾਹੁਲ ਪਾਗਲੀਨੀ, ਐਵੇਂ ਅੰਮ੍ਰਿਤ ਵੇਲੇ ਦਾ ਇਹ ਬਚਨ ਸੀ। ਫਿਰ ਜਦੋਂ ਦਿਨ ਚੜ੍ਹ ਗਿਆ, ਸਵੇਰ ਹੋਈ ਹੈ, ਇਸ ਨੂਰੇ ਨੇ ਫਕੀਰ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਪੌਲ ਲਈ। ਉਸੇ ਵੇਲੇ ਹੀ ਹਿਰਦੇ ਜਾਗੀ ਭਗਤ ਨਵੀਨੀ, ਪੌਲ ਲੈਂਦਿਆਂ ਹੀ ਹਿਰਦੇ ਵਿੱਚ ਪਰਮੇਸ਼ਰ ਦੀ ਜਿਹੜੀ ਪ੍ਰੇਮਾ ਭਗਤੀ ਹੈ ਨਵੀਂ ਤੋਂ ਨਵੀਂ ਜਾਗੀ ਹੈ। ਪ੍ਰਗਟੀ ਨਗਰ ਵਿਖੇ ਸੁਧ ਸੋ, ਉਧਰ ਸਾਰੇ ਦੀਪਾਲਪੁਰ ਨਗਰ ਵਿੱਚ ਖਬਰਸਾਰ ਪ੍ਰਗਟ ਹੋ ਗਈ ਵੀ ਪਾਪੀਓ ਲੋਕੋ, ਜਿਹੜੇ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਬੈਠਣ ਨਹੀਂ ਸੀ ਨਾ ਦਿੰਦੇ, ਉਹ ਬਾਹਰ ਖੇਤਾਂ ਵਿੱਚ ਬੈਠੇ ਹੋਏ ਆ। ਜਿਹਨੂੰ ਤੁਸੀਂ ਕੋੜੇ ਕਹਿੰਦੇ ਸੀ ਉਹ ਠੀਕ ਹੋ ਗਿਆ ਜੀ, ਨਾਲੇ ਉਸ 'ਤੇ ਕਿਰਪਾ ਕਰ ਦਿੱਤੀ ਹੈ, ਬ੍ਰਹਮ ਗਿਆਨ ਬਖਸ਼ ਦਿੱਤਾ ਹੈ, ਬੁੱਧੀ ਉਹਦੀ ਉਜਲ ਹੋ ਗਈ ਹੈ, ਅਤੇ ਉਹਦੇ ਨੂਰਾ ਸੋਨੇ ਵਰਗੀ ਉਹਦੀ ਦੇਹ ਹੋ ਗਈ ਹੈ। ਇਹ ਦੀਪਾਲਪੁਰ ਵਿੱਚ ਸਾਰੇ ਖਬਰਸਾਰ ਫੈਲ ਗਈ। ਦੇਖਨ ਦਰਸ ਆਏ ਸਭ ਕੋ, ਦੀਪਾਲਪੁਰ ਦੇ ਸਭ ਮਾਈ ਭਾਈ ਫਿਰ ਮਹਾਰਾਜ ਜੀ ਦੇ ਦਰਸ਼ਨ ਦੇਖਣ ਲਈ ਭੱਜ ਭੱਜ ਆ ਰਹੇ ਹੈ। ਆਨ ਉਪਾਇਨ ਧਰੈ ਅਗਾਰੀ, ਗੁਰੂ ਸਾਹਿਬ ਜੀ ਦੇ ਚਰਨਾਂ ਦੇ ਅੱਗੇ ਲਿਆ ਭੇਟਾਂ ਰੱਖਦੇ ਹੈ। ਸੰਤਹ ਬਖਸ਼ਹ ਭੂਲ ਹਮਾਰੀ, ਐ ਸੰਤੋ ਸਾਡੇ ਕੋਲ ਜਿਹੜੀ ਭੁੱਲ ਹੋ ਗਈ ਨਾ, ਕੱਲ੍ਹ ਸ਼ਾਮ ਤੁਹਾਨੂੰ ਬਹਿਣ ਨਹੀਂ ਸੀ ਦਿੰਦੇ ਕਿਤੇ, ਉਹ ਭੁੱਲ ਸਾਡੀ ਬਖਸ਼ੋ ਜੀ। ਸੇਵਕ ਕਰੀਏ ਸ਼ਰਨ ਤੁਮਾਰੀ, ਅਸੀਂ ਤੁਹਾਡੀ ਸ਼ਰਨ ਆਏ ਹਾਂ, ਸਾਨੂੰ ਆਪਣਾ ਸੇਵਕ ਕਰ ਲਈਏ ਜੀ। ਦਰਸ ਅਮੋਗੰ ਪਰ ਉਪਕਾਰੀ, ਤੁਹਾਡਾ ਦਰਸ਼ਨ ਬੜਾ ਸਫਲ ਹੈ ਮਹਾਰਾਜ, ਤੁਸੀਂ ਪਰਉਪਕਾਰੀ ਗੁਰੂ ਪਿਆਰੇ,
ਤੁਸੀਂ ਤੇ ਪਰਉਪਕਾਰੀ ਹੋ, ਸਾਡੇ ਵਰਗਿਆਂ ਦਾ ਭਲਾ ਹੀ ਕਰਨ ਆਏ ਹੋ ਜੀ। ਸੁਨ ਕਰ ਤਿਨ ਕੀ ਬਿਨਾ ਵਿਸਾਲਾ। ਇਹਨਾਂ ਦੀ ਜਿਹੜੀ ਹੈ ਬੇਨਤੀ ਸੁਣ ਕੇ ਬਹੁਤੀਆਂ ਮਹਾਰਾਜ ਸਭ ਕੋ ਪਾਹਲ ਦੇਤ ਤਕਾਲਾ। ਸਾਰਿਆਂ ਨੂੰ ਬੜੀ ਛੇਤੀ ਨਾਲ ਆਪਣੇ ਚਰਨਾਂ ਦੀ ਪੌਲ ਦੇ ਦਿੱਤੀ ਹੈ। ਸਤਨਾਮ ਕੋ ਜਾਪ ਸੁਨਾਇਓ। ਸਭ ਨੂੰ ਵੀ ਸਤਨਾਮ ਵਾਹਿਗੁਰੂ ਜਾਪ ਜਪਣਾ, ਇਹ ਜਾਪ ਸੁਣਾਇਆ ਹੈ। ਕਰਨਾ ਨਿਤ ਸਤ ਸੰਗ ਬਤਾਇਓ। ਹਮੇਸ਼ਾ ਸਤਸੰਗ ਕਰਨਾ ਹੈ, ਇੱਕ ਦਿਨ ਨਹੀਂ, 2 ਦਿਨ ਨਹੀਂ, ਸਵੇਰੇ ਸ਼ਾਮੀ ਸਤਸੰਗ 'ਚ ਜੁੜਨਾ, ਇਹ ਦੱਸਿਆ ਹੈ। ਬਹਰ ਕੀਨਾ ਗਮਨ ਅਗਾਰੀ। ਫਿਰ ਸਤਿਗੁਰੂ ਜੀ ਨੇ ਇੱਥੋਂ ਅੱਗੇ ਚੱਲਣਾ ਕੀਤਾ। ਤਿਨ ਚਰਨਨ ਪਰ ਕਵ ਬਲਹਾਰੀ। ਗੁਰੂ ਮਹਾਰਾਜ ਜੀ ਜਿੱਥੇ ਵਿਰਾਜਮਾਨ ਹੋਏ ਸਨ, ਉੱਥੇ ਸਥਾਨ ਵੀ ਸੋਹਣਾ ਬਣਿਆ ਹੋਇਆ ਹੈ। ਦੀਪਾਲਪੁਰ ਸ਼ਹਿਰ ਦੇ ਵਿੱਚ ਮਿੰਟ ਗੁਮਰੀ ਜ਼ਿਲ੍ਹਾ ਹੈ, ਪਾਕਿਸਤਾਨ ਵਿੱਚ ਨਗਰ ਹੁਣ ਆਉਂਦਾ ਹੈ। ਅਤੇ ਪਿੱਪਲ ਵੀ ਸੁਭਾਏਮਾਨ ਹੈ, ਜਿਸ ਪਿੱਪਲ ਨੂੰ ਗੁਰੂ ਸਾਹਿਬ ਜੀ ਨੇ ਹਰਿਆਂ ਭਰਿਆਂ ਕੀਤਾ ਸੀ। ਉੱਥੇ ਅੱਜ ਕੱਲ੍ਹ ਗੁਰਦੁਆਰਾ ਨਾਨਕਿਆਣਾ ਸਾਹਿਬ ਸੁਭਾਏਮਾਨ ਹੈ। ਅਤੇ ਖੇਤਾਂ ਦੇ ਬਾਹਰ ਦੱਖਣ ਪੂਰਬ ਜਿਹੜੀ ਦਿਸ਼ਾ ਹੈ ਉੱਥੇ ਹੀ ਹੈ। ਇਵੇਂ ਮਹਾਰਾਜ ਜੀ ਨੇ ਉਸ ਕੋੜੀ ਦਾ ਕੋੜ ਦੂਰ ਕਰਕੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ, ਆਪਣੇ ਦਾਸ ਨੂਰੇ ਦਾ ਦੁੱਖ ਦੂਰ ਕਰ ਦਿੱਤਾ ਮਹਾਰਾਜ ਜੀ ਨੇ। ਕਵੀ ਸਾਹਿਬ ਜੀ ਕਹਿੰਦੇ, ਐਸੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੈਂ ਕਵੀ ਬਲਹਾਰ ਕੁਰਬਾਨ ਜਾਂਦਾ ਹਾਂ। ਗੁਰੂ ਸਾਹਿਬ ਜੀ ਵੀ ਧੰਨ ਹੈ, ਉਹਨਾਂ ਤੋਂ ਵੀ ਸਦਕੇ ਜਾਣਾ, ਅਤੇ ਮਹਾਰਾਜ ਜੀ ਦੇ ਚਰਨਾਂ ਤੋਂ ਵੀ ਸਦਕੇ ਜਾਣਾ। ਜਿਨ੍ਹਾਂ ਚਰਨਾਂ ਨਾਲ ਮਹਾਰਾਜ ਚੱਲ ਚੱਲ ਕੇ ਪਤਾ ਨਹੀਂ ਕਿੰਨੇ ਨਗਰਾਂ ਵਿੱਚ ਜਾ ਜਾ ਕੇ ਤੇ ਸਭ ਦਾ ਭਲਾ ਕਰ ਰਹੇ ਹੈ। ਗੁਰੂ ਜੀ ਦੇ ਚਰਨ ਵੀ ਧਾਨੀ ਹੈ, ਕਵੀ ਜੀ ਕਹਿੰਦੇ। ਇਵੇਂ ਆਪਣੀ ਸ਼ਰਧਾ ਜਣਾ ਰਹੇ ਹੈ ਵੀ ਗੁਰੂ ਮਹਾਰਾਜ ਦੇ ਚਰਨ ਮਹਾਨ ਹੈ। ਭਾਈ ਮੈਂ ਸਤਿਗੁਰੂ ਜੀ ਦੇ ਐਸੇ ਪਰਉਪਕਾਰੀ ਚਰਨਾਂ ਤੋਂ, ਗੁਰੂ ਸਾਹਿਬ ਜੀ ਤੋਂ ਬਲਹਾਰ ਕੁਰਬਾਨ ਜਾਨਾ ਹਾਂ, ਸਦਕੇ ਜਾਨਾ, ਜਿਨ੍ਹਾਂ ਨੇ ਵੱਡੇ ਵੱਡੇ ਕੋੜੀਆਂ ਦੇ ਕੋੜ ਰੋਗ ਦੂਰ ਕਰ ਦਿੱਤੇ ਹੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ। ਸ਼ਾਹ ਕੋ ਅਰ ਕੋੜੀ ਫਕੀਰ ਕੋ ਪ੍ਰਸੰਗ। ਵਰਨਨ ਨਾਮ 25ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ 25 ਅਧਿਆਏ ਜਿਹੜੇ ਸਮਾਪਤ ਹੋ ਗਏ ਹੈ, ਜਿਹਦੇ ਵਿੱਚ 7 ਘਰਾਂ ਦੇ ਸ਼ਾਹੂਕਾਰ ਦਾ ਪ੍ਰਸੰਗ ਆਇਆ ਅਤੇ ਕੋੜੇ ਫਕੀਰ ਨੂਰੇ ਦਾ ਰੋਗ ਦੂਰ ਕੀਤਾ, ਭਾਵ ਦੁਖੀਆਂ ਦੇ ਦਲਿੱਦਰ ਦੂਰ ਕੀਤੇ ਪ੍ਰਸੰਗ ਸਨ। ਦੋਹਰਾ ਨਾਮ ਬਿਖਾ ਜਿਨ ਲਿਵ ਲੱਗੀ। ਹੁਣ ਭਾਈ ਸੰਤੋਖ ਸਿੰਘ ਜੀ ਸੰਤਾਂ ਦਾ ਮੰਗਲ ਕਰ ਰਹੇ ਹੈ। ਸੰਤਾਂ ਦੀ ਮਾਨਤਾ ਵੀ ਸੰਤ ਕਿਹੜੇ ਹੁੰਦੇ ਹੈ? ਜਿਨ੍ਹਾਂ ਸਾਸ ਵਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਜਿਹੜੇ ਸੰਤ ਪਰਮੇਸ਼ਰ ਦੇ ਸੰਤ ਗੋਬਿੰਦ ਕਾ ਏਕੈ ਕਾਮ, ਸੋਈ ਸੰਤ ਜੈ ਭਾਵੈ ਰਾਮ। ਉਹ ਸੰਤ ਜਿਹੜੇ ਇੱਕ ਰੂਪ ਹੋਏ ਪਏ, ਕਹਿੰਦੇ ਆ ਜਿਨ੍ਹਾਂ ਸੰਤਾਂ ਦੀ ਵਾਹਿਗੁਰੂ ਦੇ ਸੱਚੇ ਨਾਮ ਵਿੱਚ ਲਿਵ ਲੱਗੀ ਹੈ। ਹਉਮੈ ਸਰਬ ਨਸਾਏ। ਤੇ ਸਾਰੀ ਜਿਹੜੀ ਹਉਮੈ ਦੂਰ ਕਰ ਦਿੱਤੀ ਹੈ। ਮੈਂ ਮੇਰਾ ਜਿਨ੍ਹਾਂ ਨੇ ਛੱਡ ਹੀ ਦਿੱਤਾ ਹੈ, ਆਪਣੀ ਵਡਿਆਈ ਜਿਨ੍ਹਾਂ ਨੇ ਛੱਡ ਦਿੱਤੀ ਹੈ ਅਤੇ ਨਾਮ ਦੇ ਵਿੱਚ ਲਿਵ ਲੱਗੀ ਹੈ, ਉਹ ਸੰਤ ਆ। ਕਿਉਂਕਿ ਸਾਧ ਸੰਗਤ ਜੀ, ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇਕਠਾਏ। ਹਉਮੈ ਵਿੱਚ ਸੇਵਾ ਨਾ ਹੋਈ ਤਾਂ ਮਨ ਬਿਰਥਾ ਜਾਏ। ਹਉਮੈ ਵਿੱਚ ਭਗਤ ਨਾ ਹੋਵਈ, ਇਹ ਹਉਮੈ ਕਰਕੇ ਕਦੀ ਭਗਤੀ ਨਹੀਂ ਹੁੰਦੀ, ਹਉਮੈ ਕਰਕੇ ਸੇਵਾ ਨਹੀਂ ਹੁੰਦੀ, ਇਹ ਮਨ ਵਿਅਰਥ ਹੀ ਚਲਾ ਜਾਂਦਾ ਹੈ। ਹਉਮੈ ਦਾ ਅਤੇ ਨਾਮ ਦਾ ਵਿਰੋਧ ਹੈ ਆਪੋ ਵਿੱਚ। ਜਿਵੇਂ ਸੂਰਜ ਚੜ੍ਹ ਗਿਆ ਅਤੇ ਉੱਥੇ ਕਦੀ ਰਾਤ ਨਹੀਂ ਰਹਿ ਸਕਦੀ। ਉੱਥੇ ਹਨੇਰੇ ਦਾ ਕੋਈ ਕੰਮ ਹੀ ਨਹੀਂ ਹੈ ਜਿੱਥੇ ਚਾਨਣ ਹੈ। ਇਹ ਵਿਰੋਧ ਹੈ ਆਪੋ ਵਿੱਚ। ਅਤੇ ਹੁਣ ਜਿੱਥੇ ਪਰਮੇਸ਼ਰ ਦਾ ਨਾਮ ਹੈ ਅਤੇ ਉੱਥੇ ਸਾਧ ਸੰਗਤ ਜੀ ਹਉਮੈ ਭੱਜ ਜਾਂਦੀ। ਜਿੱਥੇ ਹਉਮੈ ਉੱਥੇ ਪਰਮਾਤਮਾ ਦਾ ਨਾਮ ਨਹੀਂ ਰਹਿੰਦਾ।
ਕਿਉਂਕਿ ਵਿਰੋਧ ਹੈ। ਆ ਕਈ ਬਣ ਕੇ ਵਿਖਾਉਂਦੇ ਵੀ ਮੈਨੂੰ ਮੇਰੇ ਅੰਦਰ ਨਾਮ ਵਸ ਗਿਆ ਹੈ, ਅਤੇ ਕੋਈ ਗੱਲ ਕਰ ਦਿਓ ਫਿਰ ਮੈਂ ਨਹੀਂ ਮੰਨਦਾ, ਮੈਂ ਨਹੀਂ ਕਰਦਾ, ਮੇਰਾ ਮਨ ਨਹੀਂ ਮੰਨਦਾ। ਜਿੱਥੇ ਮੇਰਾ ਫਸਿਆ ਹੋਇਆ ਉੱਥੇ ਨਾਮ ਕਿੱਥੇ ਹੈ? ਨਾਮ ਦੀ ਕਣੀ ਨਹੀਂ ਉੱਥੇ ਹੁੰਦੀ। ਜਿੱਥੇ ਨਾਮ ਦੀ ਕਣੀ ਹੈ ਉੱਥੇ ਸਾਧ ਸੰਗਤ ਜੀ ਮੇਰੀ ਕੁਝ ਨਹੀਂ ਹੈਗਾ। ਇਹ ਸੰਤਾਂ ਦੀ ਇੱਥੇ ਦੱਸ ਰਹੇ ਆ ਕਵੀ ਸਾਹਿਬ ਜੀ ਮਹਾਨਤਾ, ਵੀ ਜਿਨ੍ਹਾਂ ਦੀ ਨਾਮ ਵਾਹਿਗੁਰੂ ਵਿੱਚ ਲਿਵ ਲੱਗੀ ਹੈ ਅਤੇ ਹਉਮੈ ਜਿਨ੍ਹਾਂ ਸੰਤਾਂ ਨੇ ਦੂਰ ਕਰ ਦਿੱਤੀ ਹੈ, ਨਾਸ ਕਰ ਦਿੱਤੀ ਹੈ ਭਾਈ। ਤਿਨ ਸੰਤਨ ਬੰਦਾਂ ਚਰਨਾ, ਉਹਨਾਂ ਸੰਤਾਂ ਦੇ ਚਰਨਾਂ ਉੱਪਰ ਮੈਂ ਕਵੀ ਭਾਈ ਸੰਤੋਖ ਸਿੰਘ ਮੱਥਾ ਟੇਕਦਾ ਹਾਂ ਜੀ। ਉਚਰਾ ਕਥਾ ਬਣਾਏ, ਸਤਿਗੁਰੂ ਜੀ ਦੀ ਜਿਹੜੀ ਕਥਾ ਹੈ ਬੜੀ ਮਹਾਨ, ਗੁਰੂ ਨਾਨਕ ਸਾਹਿਬ ਜੀ ਦੀ, ਉਹ ਬਣਾ ਸਵਾਰ ਕੇ ਉਚਾਰਦਾ ਹਾਂ ਸੋਹਣੇ ਢੰਗ ਨਾਲ। ਸ੍ਰੀ ਬਾਲਾ ਸੰਦਰ ਵਾਚਾ ਚੌਪਈ, ਕਹਿ ਬਾਲਾ ਸ੍ਰੀ ਅੰਗਦ ਸੁਣੀਏ। ਭਾਈ ਬਾਲਾ ਜੀ ਕਹਿਣ ਲੱਗੇ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਅੱਗੇ ਕਥਾ ਸੁਣੀਏ ਗੁਰੂ ਨਾਨਕ ਸਾਹਿਬ ਜੀ ਦੀ। ਰਚਰ ਕਥਾ ਗੁਣ ਗਨ ਯਤ ਗੁਣੀਏ, ਜੋ ਗੁਰੂ ਸਾਹਿਬ ਜੀ ਦੀ ਕਥਾ ਬੜੀ ਸੋਹਣੀ ਹੈ, ਸੋਹਣੀ ਕਥਾ ਹੈ, ਸਮੂਹ ਗੁਣਾਂ ਦੇ ਸਹਿਤ ਹੈ। ਗੁਣੀਏ ਕਹੀਏ ਮਹਾਰਾਜ ਐਸੀ ਮਹਾਨ ਕਥਾ ਵਿਚਾਰ ਲਈਏ। ਸਭ ਤੇ ਉਤਮ ਹਰ ਕੀ ਕਥਾ ਗੁਰੂ ਨਾਨਕ ਸਾਹਿਬ ਪਰਮੇਸ਼ਰ ਹੈ, ਉਹਨਾਂ ਦੀ ਕਥਾ ਹੈ ਭਾਈ। ਇਹ ਮਾਰਗ ਚੱਲੇ ਜਾਹੇ ਗਤ ਦਾਈ, ਮੁਕਤੀ ਦਾਤਾ ਗੁਰੂ ਨਾਨਕ ਸਾਹਿਬ ਜੀ ਨੂਰੇ ਕੋੜੀ ਦਾ ਕੋੜ ਦੂਰ ਕਰਕੇ ਸੋਨੇ ਵਰਗੀ ਦੇਹ ਕਰਕੇ ਦੀਪਾਲਪੁਰ ਦੇ ਲੋਕਾਂ ਨੂੰ ਸਿੱਖ ਬਣਾ ਕੇ ਅੱਗੇ ਰਸਤੇ ਵਿੱਚ ਚਲੇ ਜਾਂਦੇ ਸਨ। ਗੋਬਿੰਦ ਲੋਕ ਮਿਲੇ ਕਛ ਆਈ, ਉੱਥੇ ਕੁਝ ਕੁ ਜਿਹੜੇ ਗੋਬਿੰਦ ਲੋਕ ਭਾਵ ਪਰਮੇਸ਼ਰ ਦੇ ਲੋਕ, ਉਹ ਕਿਹੜੇ ਸੰਤ ਲੋਕ ਸਾਧੂ ਲੋਕ ਪਰਮੇਸ਼ਰ ਦੇ, ਉਹ ਪਰਮੇਸ਼ਰ ਦੇ ਕੁਝ ਲੋਕ ਆ ਮਿਲੇ ਆ ਮਹਾਰਾਜ ਜੀ ਨੂੰ। ਸਭਨ ਪਦਨ ਪਰ ਬੰਧਨ ਠਾਨੀ, ਸਤਿਗੁਰ ਜੀ ਦਾ ਸਤਿਕਾਰ ਕਰਦਿਆਂ ਇਹ ਸਾਰੇ ਸੰਤਾਂ ਨੇ ਮਹਾਰਾਜ ਜੀ ਦੇ ਚਰਨਾਂ ਉੱਪਰ ਨਮਸਕਾਰ ਕੀਤੀ। ਬੈਠ ਗਏ ਉਚਰੀ ਮੁਖਬਾਣੀ, ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਗਏ ਤੇ ਮੁੱਖੋਂ ਬਾਣੀ ਬਚਨ ਕਹੇ ਐ। ਰਾਵਰ ਸਜਸ ਸੁਨਾ ਸਭ ਥਾਈ, ਇਹ ਮਹਾਰਾਜ ਸੰਤ ਜੀ ਗੁਰੂ ਨਾਨਕ ਸਾਹਿਬ ਜੀ ਜਿੱਥੇ ਕਿੱਥੇ ਵੀ ਅਸੀਂ ਗਏ ਹਾਂ ਸਭ ਥਾਈਂ ਆਪ ਜੀ ਦਾ ਸ੍ਰੇਸ਼ਟ ਜਸ ਸੁਣਿਆ ਹੈ। ਕੀਰਤ ਪਸਰ ਰਹੇ ਅਧਕਾਈ, ਜਿਸ ਕਰਕੇ ਆਪ ਜੀ ਦੀ ਬਹੁਤ ਜ਼ਿਆਦਾ ਕੀਰਤੀ ਵਡਿਆਈ ਮਹਿਮਾ ਫੈਲ ਰਹੀ ਹੈ ਮਹਾਰਾਜ। ਚਾਹਤ ਮਿਲਾਪ ਵਿਦਿਓ ਤਤ, ਚਾਹਤ ਮਿਲਾਪ ਬਿਤਿਓ ਕਿਤ ਕਾਲਾ, ਕਿੰਨਾ ਹੀ ਸਮਾਂ ਹੀ ਮਹਾਰਾਜ ਤੁਹਾਡੇ ਮਿਲਾਪ ਕਰਨਾ ਅਸੀਂ ਚਾਹੁੰਦੇ ਸਾਂ, ਤੁਹਾਡੇ ਨਾਲ ਚਾਹੁੰਦਿਆਂ ਵੀ ਤੁਹਾਡੇ ਨਾਲ ਮਿਲਾਪ ਹੋ ਜਾਵੇ। ਕਿੰਨਾ ਹੀ ਸਮਾਂ ਬੀਤ ਗਿਆ, ਲੰਘ ਗਿਆ ਹੈ। ਅਕਸ ਮਾਤਰ ਅਬ ਮਿਲੇ ਕਿਰਪਾਲਾ, ਇਹ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਵੇਖ ਲਓ ਪਰਮੇਸ਼ਰ ਦੀ ਦੇਵ ਨਿਆਤ। ਅੱਜ ਅਕਸ ਮਾਤਰ ਅਚਾਨਕ ਹੀ ਹੁਣ ਤੁਸੀਂ ਮਿਲ ਗਏ ਹੋ। ਕਰਨ ਸੰਭਾਖਣ ਰਾਵਰ ਸਾਥਾ, ਆਪ ਜੀ ਦੇ ਨਾਲ ਜੋ ਭਲੀ ਪ੍ਰਕਾਰ ਕੁਝ ਕਹਿਣਾ ਸੁਣਨਾ ਕਰਨਾ ਹੈ। ਭੋਜਨ ਚਾਹ ਪ੍ਰਭੂ ਕੀ ਗਾਥਾ, ਜੋ ਪਰਮੇਸ਼ਰ ਦੀ ਗਾਥਾ ਕਥਾ ਹੈ ਉਹ ਮਹਾਰਾਜ ਜੀ ਆਪ ਜੀ ਦੇ ਨਾਲ ਅਸੀਂ ਪ੍ਰਸ਼ਨ ਉੱਤਰਾਂ ਦੁਆਰਾ ਚੰਗੀ ਚਰਚਾ ਦੇ ਦੁਆਰਾ ਪੁੱਛਣਾ ਚਾਹੁੰਦੇ ਹਾਂ। ਜੇ ਆਇਸ ਤੁਮ ਦੇਹੋ ਗਸਾਈ, ਸੰਸਾਰ ਦੇ ਸਾਈਂ ਮਾਲਕ ਗੁਰੂ ਨਾਨਕ ਸਾਹਿਬ ਜੀ ਜੇ ਆਪ ਜੀ ਆਪਣੀ ਆਗਿਆ ਦਿਓ ਕਰਹ ਆਪਣਾ ਪ੍ਰਸ਼ਨ ਬਣਾਈ, ਤੇ ਫਿਰ ਅਸੀਂ ਆਪਣੇ ਜਿਹੜੇ ਪ੍ਰਸ਼ਨ ਬਣਾ ਸਵਾਰ ਕੇ ਤੁਹਾਨੂੰ ਕਰਨਾ ਕਰਾਂਗੇ। ਸੁਣ ਕਰ ਸ੍ਰੀ ਗੁਰ ਗਿਰਾ ਉਚਾਰੀ, ਸੁਣ ਕਰਕੇ ਨਾ ਸੰਤਾਂ ਤੋਂ ਸਤਿਗੁਰੂ ਜੀ ਨੇ ਬਚਨ ਕਿਹਾ। ਤੁਮ ਭੋਜਨ ਪਰ ਹਉ ਬਲਹਾਰੀ, ਮਹਾਰਾਜ ਕਹਿਣ ਲੱਗੇ ਹੇ ਸੰਤੋ ਤੁਹਾਡੇ ਪੁੱਛਣ ਉੱਪਰ ਵੀ ਪਰਮੇਸ਼ਰ ਦੀ ਜੇ ਕਥਾ ਵਿਚਾਰ ਕਰਨੀ ਹੈ, ਚਰਚਾ ਵਾਹਿਗੁਰੂ ਦੀ ਕਰਨੀ ਹੈ
ਤੇ ਅਸੀਂ ਤੇ ਤੁਹਾਡੇ ਤੋਂ ਬਿਲਹਾਰ ਕੁਰਬਾਨ ਜਾਣੇ ਐਸੇ ਸੰਤਾਂ ਤੋਂ, ਜਾਤੇ ਭਇਓ ਪ੍ਰੇਮ ਅਬਰਾਮੋ। ਜਿਸ ਕਰਕੇ ਵੀ ਪਰਮੇਸ਼ਰ ਦੀ ਜੇ ਵਿਚਾਰ ਕਰਨੀ ਹੈ ਤੇ ਸਾਡਾ ਤੇ ਤੁਹਾਡੇ ਨਾਲ ਬੜਾ ਸੁੰਦਰ ਸੋਹਣਾ ਪ੍ਰੇਮ ਹੋ ਆਇਆ ਹੈ। ਹਰ ਚਰਚਾ ਭਗਤਨਾ ਕੋ ਕਾਮੋ। ਇਹ ਸੰਤੋ ਜਿਹੜੀ ਵਾਹਿਗੁਰੂ ਦੀ ਗਿਆਨ ਚਰਚਾ ਹੈ ਤੇ ਜਿਹੜੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਹੈ ਉਹਨਾਂ ਦਾ ਤੇ ਖਾਸ ਹੀ ਕੰਮ ਹੈ ਵੀ ਵਾਹਿਗੁਰੂ ਦੀ ਗਿਆਨ ਚਰਚਾ ਕਰਨੀ। ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀਐ। ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀਐ। ਭਗਤ ਕਬੀਰ ਜੀ ਜਿਵੇਂ ਮਹਾਰਾਜ ਕਹਿੰਦੇ ਸੰਤ ਮਿਲਣ ਤੇ ਕੁਝ ਗੱਲਬਾਤ ਕਰ ਲੈਣੀ ਚਾਹੀਦੀ ਪਰਮੇਸ਼ਰ ਦੇ ਨਾਂ 'ਤੇ। ਜੇ ਮਿਲ ਜਾਵੇ ਅਸੰਤ ਭਾਵ ਨਾਸਤਕ ਅੱਗੋਂ ਭਿੜਨ ਵਾਲਾ, ਕਹਿੰਦੇ ਚੁੱਪ ਹੀ ਕੀਤੇ ਰਹੀਏ, ਉਹਦੇ ਤੋਂ ਕੀ ਲੈਣਾ ਹੈ। ਉਹਨੇ ਕਹਿਣਾ ਕੀ ਤੇ ਕਰਨਾ ਕੀ ਹੈ, ਸਗੋਂ ਦੋ ਗੱਲਾਂ ਵੱਧ ਘੱਟ ਬੋਲ ਕੇ ਜਾਏਗਾ। ਬਾਬਾ ਬੋਲਣਾ ਕਿਆ ਕਹੀਏ, ਆ ਬੋਲ ਕੇ ਕਹਿੰਦੇ ਉਹਨਾਂ ਨਾਲ ਕੀ ਲੈਣਾ ਹੈ। ਜੈਸੇ ਰਾਮ ਨਾਮ ਰਵ ਰਹੀ ਹੈ, ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਰਵੇ ਰਹੀਏ, ਚੁੱਪ ਹੀ ਕੀਤੇ ਰਹੀਏ। ਇਹ ਲੋਕਾਂ ਨੂੰ ਕੀ ਕਹਿਣਾ ਜਿਹੜੇ ਭੁੱਲੇ ਭਟਕੇ ਫਿਰਦੇ ਐਵੇਂ ਸਿਰ ਹੀ ਢਾਉਂਦੇ ਅੱਗੋਂ। ਇਸ ਬਿਦ ਸਫਲੀ ਘੜੀ ਬਿਹਾਵਹਿ। ਇਸ ਤਰ੍ਹਾਂ ਦੇ ਸੰਤੋ ਜਿਹੜੀ ਸਾਡੀ ਪਰਮੇਸ਼ਰ ਦੀ ਚਰਚਾ ਕਰਦਿਆਂ ਘੜੀ ਬੜੀ ਸਫਲ ਬੀਤੇਗੀ। ਗਿਆਨ ਕਥਾ ਕੋ ਸੁਨਹਿ ਸੁਨਾਵਹਿ। ਵਾਹਿਗੁਰੂ ਦੇ ਗਿਆਨ ਦੀ ਕਥਾ ਨੂੰ ਸੁਣਦਿਆਂ ਤੇ ਸੁਣਾਉਂਦਿਆਂ। ਦੋਹਰਾ ਸੰਤ ਕਹਾ ਕਰਤਾਰ ਜੋ। ਇਹ ਸੰਤ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਜੋ ਕਰਤਾਰ ਪਰਮੇਸ਼ਰ ਹੈ। ਕਾਸੇ ਤਾਹੇ ਬਣਾਏ। ਇਹ ਕਿਸ ਤਰ੍ਹਾਂ ਦਾ ਬਣਿਆ ਹੋਇਆ ਪਰਮਾਤਮਾ, ਉਸ ਦੀ ਬਣਾਵਟ ਕੈਸੀ ਹੈ ਜੀ। ਰੂਪ ਰੰਗ ਜਸ ਚਿਹਨ ਹੈ। ਜਿਸ ਤਰ੍ਹਾਂ ਉਸ ਦਾ ਰੂਪ ਆਕਾਰ ਹੈ ਵੀ ਕਿੰਨਾ ਤਗੜਾ ਹੈ ਮਾਲਕ। ਰੰਗ ਕਿਹੜਾ ਉਹਦਾ, ਗੋਰਾ ਕਾਲਾ ਸਾਂਵਲਾ ਹੈ ਨੀਲਾ ਹੈ। ਤੇ ਫਿਰ ਚੱਕਰ ਚਿਹਨ ਹੈ ਜਿਸ ਤਰ੍ਹਾਂ ਪਰਮੇਸ਼ਰ ਦੇ। ਸੋ ਤੁਮ ਦੇਹੋ ਸੁਨਾਏ। ਗੁਰੂ ਨਾਨਕ ਸਾਹਿਬ ਜੀ ਚੱਕਰ ਚਿਹਨ ਪਰਮੇਸ਼ਰ ਦੇ ਸਰੂਪ ਬਾਰੇ ਸਾਨੂੰ ਦੱਸ ਦਿਓ ਜੀ। ਚੌਪਈ ਸਭ ਪਰਮਾਨ ਬਤਾਵੋ ਤਿਹ ਕੋ। ਫਿਰ ਇਹ ਵੀ ਦੱਸ ਦਿਓ ਵੀ ਸਾਰਾ ਪ੍ਰਮਾਣ ਅੰਦਾਜ਼ਾ ਵੀ ਉਹ ਕਿੰਨਾ ਕੁ ਵੱਡਾ ਪਰਮਾਤਮਾ, ਇਹ ਅੰਦਾਜ਼ਾ ਵੀ ਸਾਨੂੰ ਉਸ ਮਾਲਕ ਦਾ ਪਰਮੇਸ਼ਰ ਦਾ ਦੱਸੋ ਜੀ। ਸੁਰ ਨਰ ਖੋਜਤ ਫਿਰਹਿ ਜਿਹ ਕੋ। ਜਿਸ ਵਾਹਿਗੁਰੂ ਪਰਮਾਤਮਾ ਨੂੰ ਵੱਡੇ ਵੱਡੇ 33 ਕਰੋੜ ਦੇਵਤੇ ਹੋਰ ਪੁਰਸ਼ ਸਾਰੇ ਖੋਜਦੇ ਲੱਭਦੇ ਫਿਰਦੇ ਐ। ਕਿਸ ਪ੍ਰਕਾਰ ਸੋ ਉਤਪਤ ਭਇਓ। ਉਹ ਪਰਮਾਤਮਾ ਕਿਸ ਤਰ੍ਹਾਂ ਨਾਲ ਪੈਦਾ ਉਤਪਤ ਹੋਇਆ ਹੈ। ਕਿਦੋਂ ਆਪ ਹੀ ਤੇ ਬਣ ਗਇਓ। ਅਥਵਾ ਜਾਂ ਗੁਰੂ ਨਾਨਕ ਸਾਹਿਬ ਜੀ ਉਹ ਪਰਮੇਸ਼ਰ ਆਪਣੇ ਆਪ ਹੀ ਬਣ ਗਿਆ ਹੈ, ਉਹ ਸਵੰਭੂ ਹੀ ਹੈ, ਸਹਿਭੰਗ ਹੀ ਹੈ, ਜਾਂ ਉਹ ਵੀ ਐਸਾ ਮਾਲਕ ਆਪਣੇ ਆਪ ਤੋਂ ਹੀ ਬਣ ਗਿਆ ਹੈ। ਤੁਮਹੁ ਮਿਲੇ ਭੇਵ ਸਭ ਜਾਨਹੁ। ਸਾਨੂੰ ਪਤਾ ਵੀ ਤੁਸੀਂ ਉਸ ਪਰਮੇਸ਼ਰ ਨਾਲ ਮਿਲੇ ਜੁਲੇ ਹੋਏ ਹੋ, ਤੁਸੀਂ ਸਾਰਾ ਹੀ ਭੇਦ ਜਾਣਦੇ ਹੋ ਉਸ ਪਰਮਾਤਮਾ ਦਾ। ਪਰਾ ਉਰਾ ਲਖ ਲੀਤ ਪਛਾਨਹੁ। ਆਪ ਜੀ ਨੇ ਪਾਰਲਾ ਹਿੱਸਾ ਵੀ ਵਾਹਿਗੁਰੂ ਦਾ ਜਾਣ ਲਿਆ, ਉਰਲਾ ਹਿੱਸਾ ਵੀ ਜਾਣ ਲਿਆ। ਐਸਾ ਅਸੀਂ ਸੰਤ ਪਛਾਣਦੇ ਹਾਂ ਤੁਹਾਡੇ ਬਾਰੇ। ਸਨ ਗੁਣ ਖਾਨੀ ਉਚਰੀ ਬਾਣੀ। ਸੁਣ ਕਰਕੇ ਨਾ ਸੰਤਾਂ ਤੋਂ ਜੋ ਗੁਣਾਂ ਦੀ ਖਾਣ ਗੁਰੂ ਨਾਨਕ ਸਾਹਿਬ ਹੈ ਤੇ ਗੁਣਾਂ ਦੀ ਖਾਣ ਹੀ ਬਚਨ ਬੋਲੇ ਐ। ਆਹ ਸੰਤ ਤੇ ਅੰਤ ਨਾ ਜਾਣੀ। ਗੁਰੂ ਸਾਹਿਬ ਕਹਿਣ ਲੱਗੇ ਹੇ ਸੰਤੋ, ਉਸ ਪਰਮੇਸ਼ਰ ਦਾ ਅੰਤ ਨਹੀਂ ਜਾਣਿਆ ਜਾ ਸਕਦਾ। ਕਹਿਨ ਬੇਅੰਤ ਅੰਤ ਇਹ ਆਹੀ। ਜਿਹੜਾ ਉਸ ਮਾਲਕ ਨੂੰ ਕਹਿਣਾ ਨਾ ਬੇਅੰਤ ਬੇਅੰਤ, ਇਹੀ ਉਸ ਮਾਲਕ ਦਾ ਅੰਤ ਹੈ। ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ। ਉਹਦਾ ਅੰਤ ਨਹੀਂ ਲਿਆ ਜਾ ਸਕਦਾ। ਮਹਾਰਾਜ ਕਹਿੰਦੇ ਸੰਤੋ ਜਿਹੜਾ ਉਸ ਮਾਲਕ ਨੂੰ ਕਹਿਣਾ ਨਾ ਬੇਅੰਤ, ਨੇਤ ਨੇਤ ਹੀ ਕਹਿਣਾ, ਇਹੀ ਉਹਦਾ ਅੰਤ ਲੈਣਾ ਹੈ, ਇਹ ਉਹਦਾ ਅੰਤ ਪਾਉਣਾ ਹੈ। ਇਹੀ ਕਹਿਣਾ ਵੀ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ।
ਉਸ ਪਰਮੇਸ਼ਰ ਦਾ ਅੰਤ ਜਾਣਨ ਵਾਸਤੇ ਪਤਾ ਨਹੀਂ ਕਿੰਨੇ ਰਿਸ਼ੀ ਮੁਨੀ ਜਪੀ ਤਪੀ ਆ ਵਿਲਕਦੇ ਫਿਰਦੇ ਆ, ਪਰ ਅੰਤ ਨਹੀਂ ਪੈ ਰਿਹਾ। ਇਹ ਸੰਤੋ ਜਿਹੜਾ ਨੂੰ ਬੇਅੰਤ ਕਹਿਣਾ, ਇਹੀ ਅੰਤ ਹੈ ਮਾਲਕ ਦਾ। ਔਰ ਨਾ ਤਿਹ ਕੋ ਜਾਣਿਓ ਜਾਹੀ, ਹੋਰ ਨਹੀਂ ਉਸ ਮਾਲਕ ਦਾ ਕਿਸੇ ਤਰ੍ਹਾਂ ਅੰਤ ਜਾਣਿਆ ਜਾ ਸਕਦਾ। ਦੁਆਦਸ ਮਾਸ ਬਰਖ ਹੈ ਜੋਈ। ਗੁਰੂ ਮਹਾਰਾਜ ਕਹਿੰਦੇ ਤੁਹਾਨੂੰ ਹੋਰ ਵੀ ਉਸ ਪਰਮੇਸ਼ਰ ਬਾਰੇ ਦੱਸਦੇ ਵੀ ਉਹਦਾ ਅੰਤ ਕਿਉਂ ਨਹੀਂ ਲਿਆ ਜਾ ਸਕਦਾ। ਉਹਦਾ ਅੰਤ ਕੀ ਪਾਉਣਾ ਹੈ? ਉਹਦੇ ਬਣਾਏ ਹੋਏ ਮਾਇਆ ਦਾ ਅੰਤ ਹੀ ਨਹੀਂ ਹੈਗਾ ਹੈ। ਉਹ ਵੀ ਤੁਹਾਨੂੰ ਅਸੀਂ ਵਿਸਥਾਰ ਨਾਲ ਦੱਸਦੇ। ਮਹਾਰਾਜ ਕਹਿੰਦੇ ਇਹ ਜਿਹੜੇ ਮਾਤ ਲੋਕ ਦਾ 12 ਮਹੀਨਿਆਂ ਦਾ ਸਾਲ ਜੋ ਬਣਦਾ ਹੈ 360 ਜਾਂ 65 ਦਿਨਾਂ ਦਾ, ਨਿਸ ਦਿਨ ਏਕ ਸਵਰਨ ਕੋ ਸੋਈ। ਜਿਹੜੇ ਮਾਤ ਲੋਕ ਦੇ ਜੀਵਾਂ ਦੇ 12 ਮਹੀਨਿਆਂ ਦੇ ਇੱਕ ਸਾਲ ਬਣਦਾ ਹੈ, ਤੇ ਦੇਵਤਿਆਂ ਦਾ ਇਹ ਇੱਕ ਦਿਨ ਤੇ ਰਾਤ ਬਣਦਾ ਹੈ। ਐਸ ਹੰਸਰ ਜੁਗ ਸੁਰ ਕੋ ਹੋਏ। ਐਵੇਂ ਇਹੋ ਜਿਹੇ ਦਿਨਾਂ ਦਾ ਦੇਵਤਿਆਂ ਦੇ, ਇਹ ਧਿਆਨ ਨਾਲ ਸਮਝੀ ਜਾਣਾ ਕਿ ਸਾਡੇ 365 ਦਿਨ ਭਾਵ ਸਾਡਾ ਇੱਕ ਸਾਲ ਹੋਵੇ ਸਾਡਾ ਮਾਤ ਲੋਕ ਦੇ ਜੀਵਾਂ ਦਾ, ਤੇ ਦੇਵਤਿਆਂ ਦਾ ਬਣਦਾ ਇੱਕ ਰਾਤ ਤੇ ਇੱਕ ਦਿਨ ਸਿਰਫ, ਭਾਵ 24 ਘੰਟੇ ਉਹਨਾਂ ਦੀ। ਤੇ ਦੋ ਇਹੋ ਜਿਹੇ ਦਿਨਾਂ ਦਾ 2000 ਵਰਾ ਯੁੱਗ ਬੀਤ ਜਾਣ ਦੇਵਤਿਆਂ ਦੇ ਹੋ ਜਾਣ। ਬ੍ਰਹਮੇ ਕੋ ਨਿਸ ਦਿਨ ਹੈ ਸੋਏ। ਬ੍ਰਹਮਾ ਜੀ ਦਾ ਉਹ ਇੱਕ ਰਾਤ ਤੇ ਦਿਨ ਬਣਦਾ ਹੈ। ਆਸ ਨਿਸ ਦਿਨ ਕੇ ਸੰਮਤ ਸਤ ਹੈ। ਐਸੇ ਬ੍ਰਹਮਾ ਦੇ ਦਿਨਾਂ ਦੇ ਰਾਤ ਦਿਨਾਂ ਦੇ ਜਿਹੜੇ 100 ਸਾਲ ਜਦੋਂ ਹੋ ਜਾਂਦੇ ਹੈ, ਸੋ ਬ੍ਰਹਮੇ ਕੀ ਬੈਸ ਗਿਨਤ ਹੈ। ਉਹ ਬ੍ਰਹਮਾ ਦੀ ਉਮਰ ਗਿਣੀ ਜਾਂਦੀ ਹੈ। ਭਾਵ ਐਸੇ ਦਿਨਾਂ ਦੇ ਬ੍ਰਹਮਾ ਦਾ 100 ਸਾਲ, ਤੇ ਉਹ 100 ਸਾਲ ਜਦੋਂ ਹੋ ਜਾਣ ਤੇ ਬ੍ਰਹਮਾ ਦੀ ਚੜ੍ਹਾਈ ਹੋ ਜਾਂਦੀ ਹੈ, ਸਰੀਰ ਛੱਡ ਜਾਂਦਾ ਹੈ। ਇਹ ਬਿਸ਼ਨ ਕੋ ਨਿਸ ਦਿਨ ਸੋਈ। ਜਦੋਂ ਬ੍ਰਹਮਾ ਦੇ ਇਹੋ ਜਿਹੇ ਦਿਨਾਂ ਦੇ ਇਹੋ ਜਿਹੇ ਸਾਲਾਂ ਦਾ ਅੰਤ ਹੋ ਜਾਂਦਾ, ਭਾਵ ਬ੍ਰਹਮਾ ਦੀ ਉਮਰ ਪੂਰੀ ਹੋ ਜਾਂਦੀ ਹੈ, ਤੇ ਉਸ ਵੇਲੇ ਵਿਸ਼ਨੂੰ ਭਗਵਾਨ ਦਾ ਇੱਕ ਰਾਤ ਦਿਨ ਬਣਦਾ ਹੈ। ਬਰਖ ਸਹਸ ਅਸ ਜਬ ਤਿਸ ਹੋਈ। ਜਦੋਂ 100 ਸਾਲ ਵਿਸ਼ਨੂੰ ਜੀ ਦਾ ਇਹੋ ਜਿਹੇ ਦਿਨਾਂ ਦਾ ਹੋ ਜਾਂਦਾ ਹੈ, ਤਬ ਤਨ ਤਜਨਹ ਬਿਸ਼ਨ ਪਰਮਾਨਹ। ਫਿਰ ਵੀ ਵਿਸ਼ਨੂੰ ਭਗਵਾਨ ਦਾ ਸਰੀਰ ਛੱਡਣਾ ਤੁਸੀਂ ਜਾਣ ਲਓ, ਮੰਨ ਲਓ। ਏਕ ਦਿਵਸ ਸ਼ਿਵ ਕੋ ਸੋ ਪਛਾਨਹ। ਐਸੇ ਸਾਲਾਂ ਦਾ ਜਦੋਂ ਪੂਰਾ ਕਰਕੇ ਵਿਸ਼ਨੂੰ ਜੀ ਸਰੀਰ ਛੱਡ ਜਾਂਦੇ ਹੈ, ਕਹਿੰਦੇ ਉਸ ਤੋਂ ਬਾਅਦ ਸ਼ਿਵ ਜੀ ਦਾ ਇੱਕ ਦਿਨ ਪਛਾਣ ਲਓ ਬਣ ਗਿਆ ਹੈ। ਐਸੇ ਹੋਏ ਬਰਖ ਸਤ ਜਬ ਹੀ। ਜਦੋਂ ਐਸੇ ਦਿਨਾਂ ਦੇ 100 ਸਾਲ ਸ਼ਿਵ ਜੀ ਦੇ ਹੋ ਜਾਂਦੇ ਐ, ਤਨ ਕੋ ਸ਼ੋਰ ਦੇਹ ਸ਼ਿਵ ਤਬ ਹੀ। ਤਦੋਂ ਹੀ ਜੋ ਸ਼ਿਵ ਜੀ ਉਹ ਸਰੀਰ ਛੱਡ ਦਿੰਦਾ ਹੈ। ਤਾਂ ਹੀ ਸਨਾਤਨ ਮੱਤ ਵਿੱਚ ਸ਼ਿਵ ਜੀ ਨੂੰ ਸ਼ਿਵ ਕਿਹਾ ਹੈ, ਭਾਵ ਕਲਿਆਣ ਸਰੂਪ ਉਹ ਕਹਿੰਦੇ ਐ। ਇਤਨਾ ਕਾਲ ਬੀਤਿਓ ਜੋਈ। ਇੰਨਾ ਜਦੋਂ ਕਾਲ ਬੀਤ ਜਾਂਦਾ, ਸਮਾਂ ਬੀਤ ਜਾਂਦਾ ਹੈ। ਏਕ ਨਿਮਖ ਮਾਇਆ ਕੀ ਸੋਈ। ਇਹ ਸੰਤੋ ਪਰਮੇਸ਼ਰ ਦੀ ਬਣਾਇਆ ਹੋਈ ਮਾਇਆ ਦਾ ਇੱਕ ਨਿਮਕ ਹੁੰਦਾ ਉਦੋਂ। ਵੇਖ ਲਓ ਸਾਧ ਸੰਗਤ ਜੀ, ਹੈ ਕੋਈ ਅੰਤ? ਵੀ ਜਦੋਂ ਇੰਨੇ 3 ਦੇਵਤੇ ਵੀ ਚਲੇ ਜਾਂਦੇ ਆ, ਤੇ ਮਾਇਆ ਦਾ ਇੱਕ ਨਿਮਕ ਹੀ ਹੁੰਦਾ, ਅੱਖ ਦਾ ਝਮਕਣਾ ਤੇ ਖੋਲ੍ਹਣ ਮਾਤਰ ਹੀ। ਤੇ ਗੁਰੂ ਸਾਹਿਬ ਜੀ ਨੇ ਤਾਂ ਹੀ ਲਿਖਿਆ, ਦਸਮ ਪਿਤਾ ਜੀ ਨੇ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸਾ। ਇਹ ਮਾਇਆ ਤੋਂ ਲੈ ਕੇ ਜਿੰਨੇ 3 ਦੇਵਤੇ ਹੈ, ਸ੍ਰਿਸ਼ਟੀ ਹੈ, ਸਾਰੇ ਸਾਧ ਸੰਗਤ ਜੀ ਸਮੇਂ ਵਿੱਚ ਹੈ। ਪਰਮੇਸ਼ਰ ਅਕਾਲ ਹੈ, ਉਹਦਾ ਕੋਈ ਸਮਾਂ ਨਹੀਂ ਆਪਣਾ, ਉਹ ਸਮੇਂ ਤੋਂ ਰਹਿਤ ਹੈ। ਇੰਨੇ ਜਦੋਂ ਕਹਿੰਦੇ 3 ਦੇਵਤੇ ਵੀ ਚਲੇ ਜਾਂਦੇ, ਐਸੀ ਲੰਬੀਆਂ ਲੰਬੀਆਂ ਉਮਰਾਂ ਲੈ ਕੇ ਜਿਹਦੀ ਕੋਈ ਗਿਣਤੀ ਮਿਣਤੀ ਨਹੀਂ, ਅਸੀਂ ਆ ਕੈਲਕੂਲੇਟਰ 'ਚ ਵੀ ਨਹੀਂ ਕਰ ਸਕਦੇ ਜੇ ਕੋਈ ਕਰਨ ਬਹਿ ਜੇ। ਤੇ ਕਹਿੰਦੇ ਮਾਇਆ ਦਾ ਨਿਮਕ ਹੀ ਹੁੰਦਾ, ਅੱਖ ਦੇ ਝਮੱਕੇ ਮਾਤਰ। ਤਿਸ ਮਾਇਆ ਕੋ ਨਾਹੀ ਅੰਤਾ। ਇਹ ਸੰਤੋਸ਼ ਮਾਇਆ ਪਰਮੇਸ਼ਰ ਦੇ ਦਾ ਹੀ ਕੋਈ ਅੰਤ ਨਹੀਂ ਹੈ। ਤਿਹ ਪਤ ਕੋ ਕਹਿ ਬਿਰਤੰਤਾ। ਫਿਰ ਵੀ ਜਿਹੜਾ ਉਹਦਾ ਪਤੀ ਮਾਲਕ ਪਰਮਾਤਮਾ ਹੈ, ਤੇ ਉਸ ਦਾ ਪ੍ਰਸੰਗ ਕੌਣ ਕਹੇ? ਉਹਦੇ ਪਰਮੇਸ਼ਰ ਦੇ ਅੰਤ ਦਾ ਪ੍ਰਸੰਗ ਕੌਣ ਕਹਿ ਸਕਦਾ? ਕੋਈ ਨਹੀਂ ਕਹਿ ਸਕਦਾ। ਉਹ ਤੇ ਭਾਈ ਬੇਅੰਤ ਬੇਨਤੀ ਹੈ,
ਉਹਦੀ ਤੇ ਮਾਇਆ ਹੀ ਐਸੀ ਮਹਾਨ ਹੈ। ਆਸ ਕਹਿ ਸ੍ਰੀ ਗੁਰ ਪਰਮ ਉਦਾਰਾ। ਇਸ ਤਰ੍ਹਾਂ ਕਹਿ ਕਰਕੇ ਜੋ ਮਹਾਨ ਸਖੀ ਦਾਤੇ ਹੈ ਗੁਰੂ ਨਾਨਕ ਸਾਹਿਬ ਜੀ, ਸ਼ਬਦ ਗੂਜਰੀ ਵਿਖੈ ਉਚਾਰਾ। ਗੂਜਰੀ ਰਾਗ ਵਿੱਚ ਮਹਾਰਾਜ ਨੇ ਬਹੁਤ ਮਹਾਨ ਧੁਰ ਕੀ ਬਾਣੀ ਦਾ ਸ਼ਬਦ ਉਚਾਰਨ ਕੀਤਾ। ਗੂਜਰੀ ਮਹੱਲਾ ਪਹਿਲਾ। ਗੂਜਰੀ ਰਾਗ ਹੈ, ਮਹੱਲਾ ਪਹਿਲਾ। ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਐ। ਨਾਭ ਕਮਲ ਤੇ ਬ੍ਰਹਮਾ ਉਪਜੇ। ਗੁਰੂ ਸਾਹਿਬ ਕਹਿ ਲਗੇ ਸੰਤੋ, ਜੋ ਮਹਾ ਵਿਸ਼ਨੂੰ ਹੈ ਪਰਮੇਸ਼ਰ, ਉਸ ਦੀ ਨਾਭੇ ਵਿੱਚੋਂ ਕਮਲ ਪੈਦਾ ਹੋਇਆ ਤੇ ਕਮਲ ਤੋਂ ਬ੍ਰਹਮਾ ਪੈਦਾ ਹੋਇਆ। ਵੇਦ ਪੜ੍ਹੈ ਮੁਖ ਕੰਠ ਸਵਾਰ। ਤੇ ਕਮਲ ਦੇ ਵਿੱਚ ਬੈਠ ਕੇ ਬ੍ਰਹਮਾ ਦੇ ਮੁਖ ਦੁਆਰਾ ਆਪਣੇ ਕੰਠ ਨੂੰ ਸਵਾਰ ਕੇ 4 ਵੇਦ ਪੜ੍ਹਦਾ ਹੈ। ਤਾਕੋ ਅੰਤ ਨਾ ਜਾਏ ਲਖਣਾ। ਉਹ ਜੋ ਬ੍ਰਹਮਾ ਕਮਲ ਦੀ ਨਾਭ ਬੈਠਾ ਹੈ, ਕਮਲ ਦੇ ਵਿੱਚ ਬੈਠ ਕੇ ਵੇਦਾਂ ਨੂੰ ਸਵਾਰ ਕੇ ਮੁਖੋਂ ਪੜ੍ਹਦਾ ਹੈ, ਉਹ ਕਹਿੰਦੇ ਉਸ ਪਰਮੇਸ਼ਰ ਦੀ ਜਿਹੜੇ ਨਾਭੀ ਵਿੱਚ ਕਮਲ ਹੋਇਆ ਹੈ, ਕਮਲ ਫੁੱਲ ਦੀ ਜਿਹੜੀ ਨਾਲੀ ਹੈ, ਉਸ ਦਾ ਵੀ ਅੰਤ ਨਹੀਂ ਜਾਣ ਸਕਿਆ ਬ੍ਰਹਮਾ। ਆਵਤ ਜਾਤ ਰਹਿ ਗੁਬਾਰ। 36 ਯੁੱਗ ਜਿਹੜਾ ਹੈ ਕਮਲ ਦੀ ਨਾਲੀ ਦੇ ਹਨੇਰੇ ਵਿੱਚ ਹੀ ਆਉਂਦਾ ਜਾਂਦਾ, ਹੇਠਾਂ ਤਾਂ ਹੀ ਹੁੰਦਾ ਰਿਹਾ। ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਨ ਆਧਾਰ। ਹੇ ਪਰਮੇਸ਼ਰ ਮੇਰੇ ਪ੍ਰਾਣਾਂ ਦੇ ਆਸਰੇ, ਜਦੋਂ ਤੂੰ ਐਸਾ ਮਹਾਨ ਹੈ, ਤੇਰਾ ਅੰਤ ਹੀ ਨਹੀਂ ਹੈ, ਤੇ ਤੂੰ ਮੈਨੂੰ ਪ੍ਰੀਤਮ ਪਿਆਰੇ ਕਿਵੇਂ ਭੁੱਲੇ? ਮੈਂ ਨਹੀਂ ਤੈਨੂੰ ਭੁੱਲ ਸਕਦਾ। ਜਾ ਕੀ ਭਗਤ ਕਰਹਿ ਜਨ ਪੂਰੇ। ਇਹ ਸੰਤੋ, ਜਿਹੜੇ ਜਨ ਪੂਰੇ ਨਾ ਪਰਮੇਸ਼ਰ ਦੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਤੇ ਉਹ ਜਿਸ ਪਰਮੇਸ਼ਰ ਦੀ ਭਗਤੀ ਕਰਦੇ ਐ, ਮਨ ਜਨ ਸੇਵਹਿ ਗੁਰ ਵਿਚਾਰ। ਫਿਰ ਗੁਰਾਂ ਤੋਂ ਪਾਸੋਂ ਵਿਚਾਰ ਲੈ ਕੇ, ਗੁਰੂ ਜੀ ਤੋਂ ਵਿਚਾਰ ਲੈ ਕੇ, ਗੁਰੂ ਪਾਸੋਂ ਵਿਚਾਰ ਉਪਦੇਸ਼ ਲੈ ਕੇ, ਤੇ ਮੁਨੀ ਜਨ ਵੀ ਉਸ ਪਰਮੇਸ਼ਰ ਨੂੰ ਸੇਵਦੇ ਐ, ਉਹਦੀ ਭਗਤੀ ਕਰਦੇ ਪ੍ਰੇਮਾ, ਤੇ ਬੇਅੰਤੀ ਕਹਿੰਦੇ ਹੇ ਪਰਮਾਤਮਾ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਰਹਾਉ ਦੋਹਰਾ ਸ੍ਰੀ ਨਾਰਾਇਣ ਨਾਭਤੇ। ਗੁਰੂ ਸਾਹਿਬ ਜੀ ਕਹਿਣ ਲੱਗੇ, ਹੇ ਸੰਤੋ, ਜਿਹੜਾ ਸ਼ਬਦ ਉਚਾਰਨ ਕੀਤਾ, ਲਓ ਇਹਦੇ ਹੁਣ ਤੁਹਾਨੂੰ ਅਸੀਂ ਅਰਥ ਸੁਣਾਉਂਦੇ ਹਾਂ। ਜੋ ਸੋਭਾ ਵਾਲਾ ਸ਼੍ਰੋਮਣੀ ਮਾਇਆ ਦਾ ਮਾਲਕ ਹੈ ਤੇ ਨਾਰਾਇਣ ਹੈ, ਜਿਹਦਾ ਨਾਲ ਕਹੀਏ ਪਾਣੀ ਦੇ ਵਿੱਚ ਘਰ ਹੈ, ਜੋ ਨਰਾਂ ਵਿੱਚ ਆਇਆ ਹੋਇਆ ਹੈ, ਜੋ ਨਾਮ ਨਿਰੰਜਨ ਨੀਰ ਨਾਰਾਇਣ, ਰਸਨਾ ਸਿਮਰਤ ਪਾਪ ਬਲਾਇਣ, ਨਾਰਾਇਣ ਸਭ ਮਾਹੇ ਨਿਵਾਸ, ਨਾਰਾਇਣ ਘਟ ਪ੍ਰਗਾਸ, ਨਾਰਾਇਣ ਕਹਤੇ ਨਰਕ ਨਾ ਜਾਹੇ, ਨਾਰਾਇਣ ਸੇਵ ਸਗਲ ਫਲ ਪਾਹੇ। ਐਸਾ ਜੋ ਨਰਾਂ ਵਿੱਚ ਆਇਆ ਹੋਇਆ ਪਰਮੇਸ਼ਰ, ਜਿਹਦਾ ਪਾਣੀ ਵਿੱਚ ਘਰ ਹੈ, ਸ਼ੇਸ਼ਨਾਗ ਜੀ ਦੀ ਸੇਜਾ ਹੈ, ਉਸ ਦੀ ਨਾਭੀ ਤੋਂ ਉਪਜਿਓ ਕਮਲ ਅਨੂਪ। ਉਸ ਦੀ ਨਾਭੀ ਕਹੀਏ ਧੁੰਨੀ ਵਿੱਚੋਂ ਸੋਹਣਾ ਜਿਹੜਾ ਕਮਲ ਪੈਦਾ ਹੋਇਆ, ਕਮਲ ਫੁੱਲ, ਤਿਸ ਮਾਹੀ ਬ੍ਰਹਮਾ ਭਇਓ। ਤੇ ਉਸ ਕਮਲ ਫੁੱਲ ਦੀ ਨਾਲੀ ਵਿੱਚੋਂ ਬ੍ਰਹਮਾ ਜਿਹੜਾ ਪੈਦਾ ਹੋਇਆ। ਚਤੁਰ ਬਦਨ ਜਿਸ ਰੂਪ। ਜਿਸ ਬ੍ਰਹਮੇ ਦਾ ਰੂਪ 4 ਮੁਖਾਂ ਵਾਲਾ ਸੀ, ਨਹੀਂ ਤੇ ਸਾਰੀ ਸ੍ਰਿਸ਼ਟੀ ਦੇ ਇੱਕ ਮੂੰਹ ਹੈ, ਉਹਦੇ 4 ਮੂੰਹ ਸਨ। ਚੌਪਈ ਸੋ ਖੋਜਨ ਲਾਗਿਓ ਕਰਤਾਰਾ। ਉਹ ਬ੍ਰਹਮਾ ਪਰਮੇਸ਼ਰ ਦੀ ਨਾਭੀ ਦੇ ਵਿੱਚੋਂ ਜੋ ਕਮਲ ਪੈਦਾ ਹੋਇਆ, ਕਮਲ ਤੋਂ ਪੈਦਾ ਹੋ ਕੇ ਬ੍ਰਹਮਾ, ਤੇ ਉਸ ਕਰਤਾਰ ਪਰਮੇਸ਼ਰ ਦਾ ਜਿਹੜਾ ਅੰਤ ਲੱਭਣ ਤੁਰ ਪਿਆ, ਉਹ ਕਰਤਾਰ ਪਰਮਾਤਮਾ ਨੂੰ ਖੋਜਣ ਲੱਗਿਆ। ਨਹ ਜਾਣਿਓ ਤਿਹ ਪਾਰਾਵਾਰਾ। ਉਸ ਮਾਲਕ ਨੂੰ ਉਹਨੇ ਭਲਾ ਕੀ ਖੋਜਣਾ ਲੱਭਣਾ ਸੀ, ਜਿਹੜੀ ਉਹਦੇ ਨਾਭੀ ਵਿੱਚ ਕਮਲ ਫੁੱਲ ਹੋਇਆ, ਉਹਦੀ ਨਾਲੀ ਦਾ ਹੀ ਅੰਤ ਨਾ ਜਾਣ ਸਕਿਆ, ਨਾ ਨਾਲੀ ਦਾ ਹੀ ਪਾਰਾਵਾਰ ਨਾ ਜਾਣ ਸਕਿਆ ਬ੍ਰਹਮਾ। ਖੋਜਤ ਰਹਿ ਗਇਓ ਹਾਰੂ। ਨਾਲੀ ਦਾ ਹੀ ਜੋ ਕਮਲ ਫੁੱਲ ਦੀ ਨਾਲੀ ਹੁੰਦੀ ਹੈ ਨਾ, ਥਾਂ ਨੂੰ ਜਿਹਦੇ ਸਹਾਰੇ ਖੜਾ ਹੁੰਦਾ ਕਮਲ, ਤੇ ਉਸ ਨਾਲੀ ਨੂੰ ਖੋਜਦਿਆਂ ਹਾਰ ਕੇ ਰਹਿ ਗਿਆ।
ਪਰ ਅੰਤ ਨਾ ਲੱਭ ਸਕਿਆ, ਹਾਰ ਹੰਬੀ ਗਿਆ। ਨਰ ਬਪੁਰੇ ਕੀ ਕੌਣ ਵਿਚਾਰੂ। ਫਿਰ ਹੇ ਸੰਤੋ, ਇਹ ਜਿਹੜਾ ਪੁਰਸ਼ ਵਿਚਾਰਾ ਬੰਦਾ ਹੈ, ਇਹਦੀ ਕੌਣ ਵਿਚਾਰ ਕਰੇ, ਇਹਦੀ ਕੀ ਭਲਾ ਵਿਚਾਰ ਹੈ। ਇਹ ਵਿਚਾਰਾ ਭਲਾ ਕੀ ਕਰ ਸਕਦਾ। ਮਾਨਸ ਕਿਆ ਵਿਚਾਰਾ ਰਾਮ, ਇਹ ਤੇ ਅੰਤ ਕਿਤੇ ਪਾ ਹੀ ਨਹੀਂ ਸਕਦਾ ਹੈ, ਇਹਦੇ ਤੇ ਪੱਲੇ ਕੱਖ ਨਹੀਂ ਹੈ। ਕਹ ਸੰਤ ਸਭ ਹਮਹਿ ਬਸਨਾਵਹੁ। ਉਹ ਸੰਤ ਕਹਿਣ ਲੱਗੇ, ਮਹਾਰਾਜ ਜੀ ਇਹ ਜਿਹੜਾ ਸਾਰਾ ਪ੍ਰਸੰਗ ਹੈ ਨਾ, ਸਾਨੂੰ ਖੋਲ ਕੇ ਸੁਣਾਓ। ਜਿਉ ਖੋਜੀ ਹੈ ਆਦ ਬਤਾਵਹੁ। ਜਿਉਂ ਬ੍ਰਹਮਾ ਨੇ ਫਿਰ ਪਰਮੇਸ਼ਰ ਦੇ ਜਿਹੜੇ ਹੈ ਪਰਮੇਸ਼ਰ ਦੀ ਆਦ ਖੋਜੀ, ਜਾਂ ਵੀ ਉਹ ਨਾਲੀ ਦੀ ਆਦ ਖੋਜੀ, ਉਹ ਦੱਸੋ ਮਹਾਰਾਜ। ਕੋਏ ਨਾ ਤੁਮ ਤੇ ਦੁਰਿਓ ਬਿਰਤਾਂਤਾ। ਕਿਉਂਕਿ ਆ ਪਰਮੇਸ਼ਰ ਰੂਪ ਤੇ ਤੁਹਾਡੇ ਤੋਂ ਤੇ ਕੋਈ ਪ੍ਰਸੰਗ ਲੁਕਿਆ ਛਿਪਿਆ ਹੈ ਹੀ ਨਹੀਂ ਹੈ। ਕਰ ਪਰ ਬੱਦਰ ਹਿਰਦੈ ਅਸ ਗਿਆਤਾ। ਹੱਥ ਉੱਪਰ ਜਿਵੇਂ ਬੇਰ ਹੁੰਦਾ ਹੈ, ਇਸੇ ਤਰ੍ਹਾਂ ਆਪ ਜੀ ਦੇ ਹਿਰਦੇ ਵਿੱਚ ਗਿਆਤ ਗਿਆਨ ਹੈ ਜੀ ਗੁਰੂ ਨਾਨਕ ਸਾਹਿਬ। ਸ੍ਰੀ ਗੁਰ ਭਨਾ ਸਨਹੁ ਹਿਤ ਸੰਗਾ। ਗੁਰੂ ਸਾਹਿਬ ਜੀ ਕਹਿਣ ਲੱਗੇ, ਸੰਤੋ ਬੜੇ ਪ੍ਰੇਮ ਭਾਵਨਾ ਨਾਲ ਹੀ ਫਿਰ ਸੁਣੋ ਪ੍ਰਸੰਗ ਅਗਲਾ। ਸ੍ਰਿਸ਼ਟ ਸਿਰਜਨ ਤੇ ਪ੍ਰਥਮ ਪ੍ਰਸੰਗਾ। ਜਦੋਂ ਸ੍ਰਿਸ਼ਟੀ ਸਿਰਜਣੀ ਸੀ, ਸ੍ਰਿਸ਼ਟੀ ਸਿਰਜਣ ਤੋਂ ਪਹਿਲਾਂ ਦਾ ਪ੍ਰਸੰਗ ਸੁਣੋ। ਬ੍ਰਹਮਾ ਭਇਓ ਕਮਲ ਤੇ ਜਬਹੀ। ਜਦੋਂ ਇਹ ਬ੍ਰਹਮਾ ਕਮਲ ਫੁੱਲ ਦੀ ਨਾਲੀ ਤੋਂ ਪੈਦਾ ਹੋਇਆ। ਉਸਤਤ ਠਾਨੀ ਪ੍ਰਭ ਕੀ ਤਬਹੀ। ਪੈਦਾ ਹੁੰਦਿਆਂ ਪਰਮੇਸ਼ਰ ਜੀ ਨੇ ਉਸਤਤੀ ਸ਼ੁਰੂ ਕਰ ਦਿੱਤੀ, ਬਹੁਤ ਇਹਨੇ ਉਸਤਤੀ ਦੀ ਮਹਿਮਾ ਕੀਤੀ। ਦੋਹਰਾ ਤਤ ਗਿਆਨ ਕੇ ਜਾਣਬੇ। ਉਹ ਵਾਹਿਗੁਰੂ ਬ੍ਰਹਮ ਗਿਆਨ ਦੇ ਜਾਣਨ ਵਾਸਤੇ, ਯਥਾਰਥ ਗਿਆਨ ਦੇ ਜਾਣਨ ਵਾਸਤੇ ਵੀ ਆ ਪਰ ਮੈਨੂੰ ਪੈਦਾ ਕਰਨ ਵਾਲਾ ਕੌਣ ਹੈ, ਐਵੇਂ ਯਥਾਰਥ ਗਿਆਨ ਦੇ ਜਾਣਨ ਵਾਸਤੇ। ਜਗੀ ਪ੍ਰੀਤ ਮਨ ਮਾਹੇ। ਬ੍ਰਹਮਾ ਦੇ ਮਨ ਵਿੱਚ ਬੜੇ ਪਰਮੇਸ਼ਰ ਦੇ ਤਾਈਂ ਪ੍ਰੀਤੀ ਜਗੀ। ਕੈਸੋ ਕਰਤਾ ਪੁਰਖ ਹੈ। ਕਿ ਜਿਨੇ ਮੈਨੂੰ ਕੀਤਾ ਹੈ ਉਹ ਕਰਤਾ ਪੁਰਖ ਪਰਮਾਤਮਾ ਭਲਾ ਕੈਸਾ ਹੈ। ਦੇਖਨ ਉਮਗੀ ਚਾਹੇ। ਉਸ ਵਾਹਿਗੁਰੂ ਨੂੰ ਮੈਂ ਪਰਮਾਤਮਾ ਨੂੰ ਦੇਖਾਂ, ਇਹ ਪਰਮਾਤਮਾ ਨੂੰ ਦੇਖਣ ਦੀ ਬ੍ਰਹਮਾ ਦੇ ਮਨ ਵਿੱਚ ਚਾਹਨਾ ਉਮਗੀ, ਉਛਲੀ ਇੱਛਾ ਜਾਗੀ, ਉਤਸ਼ਾਹ ਜਾਗਿਆ। ਚੌਪਈ ਰਿਚਾ ਪ੍ਰਸ਼ੰਸਾ ਕੀ ਬਹੁ ਕਰਹੀ। ਉਸ ਵੇਲੇ ਪਰਮਾਤਮਾ ਦੀ ਪ੍ਰਸ਼ੰਸਾ ਵਡਿਆਈ ਦੇ ਵਾਸਤੇ ਬਹੁਤੀਆਂ ਰਿਚਾ ਇਹ ਕਰਨ ਲੱਗਾ, ਉਚਾਰਨ ਲੱਗਾ। ਰਿਚਾ ਕਹਿ ਲਓ, ਤੁਕਾਂ ਕਹਿ ਲਓ, ਜੋ ਵੇਦਾਂ ਦੀਆਂ ਸੁਰਤੀਆਂ ਹੈ, ਐਵੇਂ ਉਹ ਰਿਚਾ ਉਚਾਰਨ ਕਰਨ ਲੱਗਾ, ਪਰਮੇਸ਼ਰ ਦੀ ਵਡਿਆਈ ਕਰਨ ਲੱਗਾ। ਰਿਚਾ ਦੇ ਰਾਹੀ, ਤੁਕਾਂ ਦੇ ਰਾਹੀ ਲਾਏ ਪ੍ਰੀਤ ਮੁਖ ਬਚਨ ਉਚਰਹੀ। ਬੜੇ ਮੁਖੋਂ ਪ੍ਰੀਤੀ ਲਾ ਕੇ, ਹਿਰਦੇ ਦਾ ਪ੍ਰੇਮ ਪ੍ਰੀਤੀ ਲਾ ਕੇ ਤੇ ਮੁਖੋਂ ਰਿਚਾ ਤੁਕਾਂ ਦੇ ਰਾਹੀਂ ਬਚਨ ਉਚਾਰਦਾ, ਮਹਿਮਾ ਕਰਦਾ ਪਰਮੇਸ਼ਰ ਦੀ। ਮధుਰ ਮధుਰ ਸੁਰ ਸਿਉ ਜਬ ਗਾਵਹਿ। ਤੇ ਜਦੋਂ ਦੁਬਾਰਾ ਪੜ੍ਹ। ਮధుਰ ਮధੁਰ ਸੁਰ ਸਿਉ ਤਬ ਗਾਵਹਿ। ਫਿਰ ਤਦੋਂ ਇਹ ਬ੍ਰਹਮਾ ਜਿਹੜੀਆਂ ਵੇਦਾਂ ਦੀਆਂ ਰਿਚਾਂ ਸੀ, ਮਿੱਠੀ ਮਿੱਠੀ ਸੁਰ ਵਿੱਚ ਗਾਉਣ ਲੱਗਾ। ਅਧਿਕ ਰੀਝ ਕੈ ਹਰਖ ਵਡਾਵਹਿ। ਬਹੁਤ ਰੀਝ ਕੇ ਪ੍ਰਸੰਨ ਹੋ ਕੇ ਖੁਸ਼ੀ ਵਧਾਉਂਦਾ ਹੈ। ਵਧੈ ਪ੍ਰੀਤ ਪੁਨ ਅਵਰ ਕਰੇਈ। ਜਿਉਂ ਜਿਉਂ ਇਹਦੇ ਅੰਦਰ ਪ੍ਰੀਤੀ ਪ੍ਰੇਮ ਵੱਧਦਾ, ਉਦੋਂ ਤਿਉਂ ਤਿਉਂ ਹੀ ਹੋਰ ਜਿਹੜੀਆਂ ਰਿਚਾਂ ਉਚਾਰਨ ਕਰਦਾ ਹੈ। ਅਰਥ ਵਿਚਾਰ ਵੱਡੋ ਸੁਖ ਲਈ। ਉਹਨਾਂ ਤੁਕਾਂ ਦੇ ਅਰਥ ਸਿਧਾਂਤ ਵਿਚਾਰ ਵਿਚਾਰ ਕੇ ਬਹੁਤ ਸੁਖ ਲੈ ਰਿਹਾ ਸੀ। ਪ੍ਰੇਮ ਮਗਨ ਮੁਖ ਗਦ ਗਦ ਬਾਣੀ। ਪ੍ਰੇਮ ਵਿੱਚ ਲੀਨ ਹੋਇਆ, ਮੁਖੋਂ ਬ੍ਰਹਮਾ ਦੀ ਜਿਹੜੀ ਬਾਣੀ ਹੈ ਨਾ, ਬਚਨ, ਉਹ ਬਾਣੀ ਗਦ ਗਦ ਹੋ ਗਈ, ਕੰਠ ਰੋ ਗਿਆ ਪ੍ਰੇਮ ਵਿੱਚ ਆ ਕੇ। ਗਾਵਹਿ ਰੀਝਹਿ ਆਨੰਦ ਮਾਨੀ। ਖੁਸ਼ ਹੋ ਕੇ ਗਾਉਂਦਾ ਹੈ ਤੇ ਆਨੰਦ ਮੰਨਦਾ, ਸੁਖ ਮੰਨਦਾ ਸੀ। ਚਤੁਰ ਵੇਦ ਤਪ ਕਰੇ ਵਿਦਾਤਾ। ਇਹ ਸੰਤੋ ਜੋ ਵਿਦਾਤਾ ਬ੍ਰਹਮਾ ਹੈ, ਇਸ ਤਰ੍ਹਾਂ ਪ੍ਰੇਮ ਵਿੱਚ ਆ ਕੇ ਨੇ 4 ਵੇਦ ਉਚਾਰਨਾ ਕੀਤੇ। ਜੋ ਜਗ ਵਿਖਾ ਅਹ ਬਖਿਆਤਾ। ਜੋ ਸੰਸਾਰ ਵਿੱਚ ਹੁਣ ਤੱਕ ਪ੍ਰਗਟ ਹੈ, ਸਾਮ ਰਿਗ ਜਜਰ ਅਥਰਵਣ,
ਇਹ ਚਾਰੇ ਵੇਦ ਪ੍ਰਗਟ ਹੈਗੇ ਆ ਹੁਣ ਵੀ। ਤਿਨ ਹੈ ਬਿਲੋਕਤ ਰਿਖੀ ਪਰ ਬੀਨੇ। ਜਿਹੜੇ ਸਿਆਣੇ ਸੁਗੜ ਸੁਜਾਨ ਰਿਖੀ ਮੁਨੀ ਸਨ ਮਹਾਨ, ਉਹਨਾਂ ਨੇ ਜਦੋਂ ਬ੍ਰਹਮਾ ਜੀ ਦੇ ਉਚਾਰੇ ਹੋਏ ਚਾਰ ਵੇਦ ਦੇਖੇ, ਸਿਮਰਤ ਸ਼ਾਸਤਰ ਬਹੁ ਰਚ ਦੀਨੇ। ਉਹਨਾਂ ਵੇਦਾਂ ਤੋਂ ਹੀ 6 ਸ਼ਾਸਤਰ ਸਾਂਖ, ਯੋਗ, ਨਿਆਏ, ਵਿਸ਼ੇਸ਼ਕ, ਮੀਮਾਂਸਾ, ਵਿਦਾਂਤ ਤੇ 27 ਸਮ੍ਰਿਤੀਆਂ ਐਵੇਂ ਤੇ ਹੋਰ ਧਰਮ ਗ੍ਰੰਥ ਬ੍ਰਹਮ ਸੂਤਰ ਆਦਿਕ ਬੜੇ ਰਚ ਦਿੱਤੇ। ਦੋਹਰਾ ਚਤੁਰ ਵੇਦ ਅਸ ਕਰ ਬਹਰ। ਇਸ ਤਰ੍ਹਾਂ ਬ੍ਰਹਮਾ ਨੇ ਚਾਰ ਵੇਦ ਜਿਹੜੇ ਐ ਰਚ ਕਰਕੇ ਉਚਾਰ ਕਰਕੇ ਔਰ ਮਹਿ ਕੀਨ ਵਿਚਾਰ। ਤੇ ਹਿਰਦੇ ਵਿੱਚ ਫਿਰ ਇਹ ਵਿਚਾਰ ਕੀਤੀ। ਕਿਸ ਤੇ ਮੈਂ ਉਤਪਤ ਭਇਓ। ਇਹ ਵੇਖ ਲਓ ਸਾਧ ਸੰਗਤ ਜੀ, ਪਰਮੇਸ਼ਰ ਦੇ ਘਰ ਦਾ ਸਿਧਾਂਤ ਹੀ ਹੈ ਵੀ ਪਹਿਲਾਂ ਮਾਲਕ ਨੇ ਸੇਵਾ ਲੈਣੀ ਹੁੰਦੀ ਹੈ। ਉਹ ਜਦੋਂ ਸੇਵਾ ਦੀ ਕਰੀਦੀ ਹੈ ਤੇ ਸੇਵਾ ਦੇ ਤਾਂ ਕੀਤੀ ਜਾਂਦੀ ਸੀ ਵੀ ਹੰਕਾਰ ਮਰ ਜਾਂਦਾ, ਪਰ ਅਸੀਂ ਸੇਵਾ ਕਰਦੇ ਹਾਂ ਵੀ ਹੰਕਾਰ ਦਾ ਪਟਾ ਹੋਰ ਸਗੋਂ ਚੜ੍ਹ ਜੇ ਵੀ ਮੈਂ ਹੁਣ ਸੇਵਾ ਕਰਦਾ, ਮੈਂ ਗੁਰੂ ਦੇ ਬਹੁਤਾ ਨੇੜੇ ਹੋ ਗਿਆ। ਭਰਮ ਪੈ ਜਾਂਦਾ ਫਿਰ ਸਾਨੂੰ। ਹਲੇ ਜਿਹੜਾ ਵਿਚਾਰਾ ਕਿਤੇ 6 ਮਹੀਨੇ 3 ਮਹੀਨੇ ਗੁਰੂ ਘਰ ਆਉਂਦਾ, ਉਹਨੂੰ ਡਰ ਹੁੰਦਾ ਗੁਰੂ ਘਰ ਦਾ, ਅਤੇ ਜਿਹੜੇ ਰੋਜ਼ ਆਉਂਦੇ ਉਹਨਾਂ ਦਾ ਡਰ ਭੈ ਹੀ ਮੁੱਕ ਜਾਂਦਾ ਜਮਾ ਹੀ। ਉਹ ਨਹੀਂ ਫਿਰ ਡਰਦੇ, ਉਹ ਤਾਂ ਕਹਿੰਦੇ ਬਸ ਹੁਣ ਮੇਰੀ ਤਾਂ ਸਿੱਧੀ ਗੱਲਬਾਤ ਹੀ ਹੈ ਪਰਮਾਤਮਾ ਨਾਲ। ਉਹੀ ਉਹ ਈਰਖਾ ਕਰਦੇ ਹੈ, ਉਹੀ ਉਹ ਲੋਕ ਨਿੰਦਿਆ ਕਰਦੇ ਹੈ, ਨਾਲੇ ਮੱਥੇ ਟੇਕੀ ਜਾਂਦੇ ਹੈ, ਨਾਲੇ ਭਾਂਡੇ ਛੰਨਾ ਧੋਈ ਜਾਂਦੇ ਹੈ, ਨਾਲੇ ਨਿੰਦਿਆ ਕਰਨ ਰੂਪ ਲਿੱਦ ਖਾਈ ਜਾਂਦੇ ਤਗੜੇ ਹੋ ਕੇ ਰਾਤ ਦਿਨ। ਇਵੇਂ ਹਰ ਜੀਓ ਅਹੰਕਾਰ ਨਾਲ ਭਾਵਈ ਪਰਮੇਸ਼ਰ ਨੂੰ ਹੰਕਾਰ ਨਹੀਂ ਜੇ ਭੁੰਦਾ। ਭਾਈ ਪਰਮਾਤਮਾ ਨਿਮਰਤਾ ਨਾਲ ਹੀ ਕੁਝ ਕਰਾ ਲੈਂਦੀ, ਚੰਗੀ ਗੱਲ ਹੈ, ਥੋੜ੍ਹਾ ਕੀਤਾ ਹੀ ਚੰਗਾ ਹੈ। ਅਤੇ ਮਹਾਰਾਜ ਕਹਿ ਰਹੇ ਹੈ ਵੀ ਇਹ ਸੰਤੋ ਕਿਸ ਤੇ ਮੈਂ ਉਤਪਤ ਭਇਓ। ਬ੍ਰਹਮਾ ਨੇ ਪਹਿਲਾਂ ਸੇਵਾ ਕਰ ਲਈ ਹੈ ਪਰਮੇਸ਼ਰ ਦੀ, ਚਾਰ ਵੇਦ ਉਚਾਰ ਕੇ, ਅਤੇ ਚਾਰ ਵੇਦ ਉਚਾਰ ਲਏ ਅਤੇ ਹੁਣ ਫੁਰਨਾ ਆ ਕੇ ਫੁੱਟ ਪਿਆ ਹੈ। ਕਹਿੰਦਾ ਵੀ ਕਿਸ ਤੋਂ ਮੈਂ ਭਲਾ ਵੀ ਪੈਦਾ ਹੋਇਆ ਹਾਂ। ਕੋ ਉਪਜਾਵਨਹਾਰ। ਮੈਨੂੰ ਪੈਦਾ ਕਰਨ ਵਾਲਾ ਭਲਾ ਕੌਣ ਹੈ ਐਸੇ ਬ੍ਰਹਮਾ ਨੂੰ। ਚੌਪਈ ਕਰੀ ਦ੍ਰਿਸ਼ਟ ਦੇਖੀ ਦਿਸ ਚਾਰਾ। ਐਵੇਂ ਚਾਰੇ ਤਰਫ ਹੀ ਇਹਨੇ ਆਪਣੀ ਨਿਗਾਹ ਜੀ ਕੀਤੀ ਤੇ ਚਾਰ ਸਫੇਰੇ ਦੇਖਿਆ ਹੈ। ਜਹਾਂ ਤਹ ਜਲ ਹੈ ਅਪਰ ਅਪਾਰਾ। ਜਦੋਂ ਵੇਖਿਆ ਚਾਰ ਸਫੇਰੇ ਨੇਤਰ ਘੁਮਾ ਕੇ, ਜਿੱਥੇ ਕਿੱਥੇ ਵੀ ਬੇਅੰਤ ਬੇਅੰਤ ਜਾਲੀ ਜਾਲ ਪਾਣੀ ਪਾਣੀ ਹੈ। ਕੈ ਮੈਂ ਹਾਂ ਕੈ ਜਲ ਹੈ ਦੂਜੋ। ਇਹ ਵੇਖ ਕੇ ਵਿਚਾਰ ਲੱਗਾ, ਕਹਿੰਦਾ ਬ੍ਰਹਮਾ ਅਥਵਾ ਜਾਂ ਤੇ ਮੈਂ ਹਾਂ ਤੇ ਜਾਂ ਤੇ ਫਿਰ ਦੂਸਰਾ ਪਾਣੀ ਹੀ ਹੈ। ਔਰ ਨਾ ਕਹਿ ਥਲ ਦੀਸਤ ਤੀਜੋ। ਹੋਰ ਤੇ ਕੋਈ ਕਿਸੇ ਥਾਂ ਤੀਸਰਾ ਦਿਸ ਹੀ ਨਹੀਂ ਰਿਹਾ। ਇੱਕ ਮੈਂ ਦਿਸ ਰਿਹਾ ਤੇ ਦੂਸਰਾ ਪਾਣੀ ਦਿਸਦਾ, ਤੀਜਾ ਦੇ ਕੋਈ ਕਿਸੇ ਥਾਂ ਦਿਸ ਹੀ ਨਹੀਂ ਰਿਹਾ। ਉਪਜ ਗਰਭ ਨਾ ਮੋਹ ਬਿਨ ਆਨਾ। ਇਹ ਸੰਤੋ ਉਸ ਵੇਲੇ ਬ੍ਰਹਮਾ ਨੂੰ ਹੰਕਾਰ ਪੈਦਾ ਹੋ ਗਿਆ, ਇਹਨੂੰ ਹੰਕਾਰ ਚੜ੍ਹ ਗਿਆ ਤੇ ਕਹਿੰਦਾ ਵੀ ਮੇਰੇ ਬਿਨਾਂ ਤੇ ਹੋਰ ਕੋਈ ਹੈਗਾ ਹੀ ਨਹੀਂ ਹੈ। ਮੈਂ ਕਹਿ ਉਸਤਤ ਕਰਾਂ ਬਖਾਨਾ। ਜਦੋਂ ਮੇਰੇ ਤੋਂ ਬਿਨਾਂ ਕੋਈ ਹੈਗਾ ਹੀ ਨਹੀਂ ਹੈ ਤੇ ਕਹਿੰਦਾ ਵੀ ਮੈਂ ਫਿਰ ਭਲਾ ਕਿਹਦੀ ਉਸਤਤੀ ਕਰਾਂ, ਕਿਹਦੀ ਵਡਿਆਈ ਕਰਕੇ ਕਹਾਂ। ਕਰਨ ਕਰਾਵਨ ਮੈਂ ਕਰਤਾਰਾ। ਤੇ ਕਹਿਣ ਲੱਗਾ, ਕਹਿੰਦਾ ਮੈਂ ਹੀ ਕਰਤਾ ਹਰਤਾ ਹਾਂ। ਹੁਣ ਮੈਂ ਹੀ ਕਰਨ ਕਰਾਉਣ ਵਾਲਾ, ਸਾਰੇ ਕੰਮਾਂ ਨੂੰ ਕਰਨ ਕਰਾਉਣ ਵਾਲਾ ਮੈਂ ਆਪ ਹੀ ਹਾਂ। ਸਵਯੰਭੂ ਹਾਂ, ਸਹਿ ਭੰ ਹਾਂ। ਅਪਰ ਨਾ ਹੈ ਕੋ ਸਿਰਜਨਹਾਰਾ। ਵਿਚਾਰਦਾ ਕਹਿੰਦਾ ਹੋਰ ਤੇ ਕੋਈ ਸਿਰਜਣ ਵਾਲਾ ਬਣਾਉਣ ਵਾਲਾ ਹੈ ਹੀ ਨਹੀਂ ਹੈ ਮੇਰੇ ਬਿਨਾ। ਜੇ ਹੋਵਤ ਤੋ ਦੀਸਤ ਮੋਹੀ। ਮਨ ਨੂੰ ਹੀ ਕਹਿੰਦਾ ਮਨਾ ਜੇ ਕੋਈ ਹੋਰ ਹੁੰਦਾ ਤੇ ਮੈਨੂੰ ਦਿਸਦਾ ਨਾ ਭਲਾ। ਲਖਿਓ ਨਾ ਕੋ ਜਾਂ ਤੇ ਨਾ ਹੋਹੀ। ਇਸ ਕਰਕੇ ਨੇ ਕਹਿੰਦਾ ਵੀ ਜਾਣਿਆ ਜਾਂਦਾ ਹੈ ਆ ਕੋਈ ਨਹੀਂ ਹੋਰ ਹੈਗਾ ਤੇ ਨਾ ਕੋਈ ਹੋਣਾ ਹੀ ਹੈ। ਇਸ ਬਿਦ ਹਿਰਦਾ ਗਰਭ ਜਬ ਭਇਓ। ਇਹ ਸੰਤੋ ਇਸ ਤਰ੍ਹਾਂ ਜਦੋਂ ਹਿਰਦੇ ਦੇ ਵਿੱਚ ਇਹ ਬ੍ਰਹਮਾ ਨੂੰ ਹੰਕਾਰ ਹੋ ਗਿਆ। ਮੈਂ ਹਾਂ ਅਪਰ ਨਾ ਕਰ, ਮੈਂ ਹਾਂ ਅਪਰ ਨਾ ਕਰਤਾ ਬਿਓ। ਜੀਓ ਕਹਿੰਦਾ ਵੀ ਮੈਂ ਹੀ ਹਾਂ ਜੋ ਵੀ ਕੁਝ ਹੈਗਾ ਵਾਂ, ਹੋਰ ਨਹੀਂ ਕੋਈ ਦੂਸਰਾ ਮੇਰਾ ਕਰਤਾ। ਇਹ ਬ੍ਰਹਮਾ ਤੂੰ ਹੀ ਤੂੰ ਹੈ।
ਬਸ ਮੈਂ ਹੋਈ ਪਈ ਐ। ਦੋਹਰਾ ਤਬ ਗੰਭੀਰ ਧੁਨ ਸੋ ਮਧੁਰ। ਇਹ ਸੰਤੋ ਹਰ ਜੀਓ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵਹਿ। ਪਰਮੇਸ਼ਰ ਨੂੰ ਕਹਿੰਦੇ ਹੰਕਾਰ ਨਹੀਂ ਪਾਉਂਦਾ। ਇਹ ਗੱਲ ਵੇਦ ਵੀ ਸੁਣਾ ਰਹੇ ਐ। ਆ ਜਿਹੜੇ ਲੋਕ ਕਹਿੰਦੇ ਵੀ ਅਸੀਂ ਨਹੀਂ ਵੇਦਾਂ ਨੂੰ ਮੰਨਦੇ, ਅਸੀਂ ਨਹੀਂ ਜੀ ਮੰਨਦੇ, ਵੀ ਤੂੰ ਮੰਨਦਾ ਕਿਹਨੂੰ ਹੈ? ਗੁਰੂ ਮਹਾਰਾਜ ਤੇ ਕਹਿ ਰਹੇ ਆ ਵੀ ਹਰ ਜੀਓ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ। ਵੀ ਵੇਦ ਉੱਚੀ ਉੱਚੀ ਕਹਿ ਸੁਣਾ ਰਹੇ ਗੱਲ ਵੀ ਪਰਮੇਸ਼ਰ ਨੂੰ ਹੰਕਾਰ ਨਹੀਂ ਜੇ ਭਾਉਂਦਾ। ਲੋਕੋ ਹੰਕਾਰ ਨਾ ਕਰੋ, ਇਹ ਛੱਡ ਦਿਓ। ਇਹਨੇ ਅੱਗੇ ਡੋਬ ਦਿੱਤੇ ਕਈ, ਜਿਵੇਂ ਮਹਾਰਾਜ ਕਹਿੰਦੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਨਹੀਂ ਤੇ ਵੇਖ ਲਾ ਮਸਕੀਨੀਆਂ ਪਹਿਲਵਾਨ, ਤੂੰ ਤੇ ਚੰਗਾ ਹੀ ਕੀਤਾ ਆਪਣਿਆਂ ਨੂੰ ਢਵਾ ਕਰਕੇ ਗਰੀਬ ਕੋਲੋਂ। ਆ ਨਹੀਂ ਤੇ ਵੱਡੇ ਵੱਡੇ ਜਿਹੜੇ ਨਾ ਹੰਕਾਰ ਕਰਕੇ ਹੰਕਾਰ ਵਿੱਚ ਹੀ ਗਲ ਗਏ ਆ। ਦੁਰਯੋਧਨ ਵਰਗੇ, ਰਾਵਣ ਵਰਗੇ ਮਰ ਮਿਟ ਗਏ ਆ। ਬ੍ਰਹਮਾ ਵਰਗੇ ਡੋਲ ਗਏ ਸਨ ਹੰਕਾਰ ਕਰਕੇ। ਅਤੇ ਇੱਥੇ ਮਹਾਰਾਜ ਕਹਿ ਰਹੇ ਵੀ ਸੰਤੋ ਜਦੋਂ ਇਵੇਂ ਹੰਕਾਰ ਹੋ ਗਿਆ ਨਾ ਵੀ ਮੈਂ ਹੀ ਮੈਂ ਆ, ਹਮ ਕੀਆ ਹਮ ਕਰੇਂਗੇ, ਜਦੋਂ ਇਹੋ ਜਿਹੀ ਗੱਲ ਬਣ ਆਈ ਤਦੋਂ ਕਹਿੰਦੇ ਬੜੀ ਡੂੰਘੀ ਧੁਨੀ ਨਾਲ ਹੀ, ਬੜੀ ਮਿੱਠੀ ਮਿੱਠੀ ਪਾਣੀ ਭਈ ਆਕਾਸ਼। ਬੜੀ ਮਿੱਠੀ ਮਿੱਠੀ ਤੇ ਬੜੀ ਡੂੰਘੀ ਉੱਚੀ ਆਵਾਜ਼ ਦੇ ਵਿੱਚ ਪਰਮੇਸ਼ਰ ਵੱਲੋਂ ਆਕਾਸ਼ਬਾਣੀ ਹੋਈ। ਕਿਆ ਗਰਬਤ ਬ੍ਰਹਮਾ ਹਿਰਦਾ। ਆਕਾਸ਼ਬਾਣੀ ਰਾਹੀਂ ਪਰਮੇਸ਼ਰ ਨੇ ਕਿਹਾ, ਉਹ ਬ੍ਰਹਮਾ ਕਿਉਂ ਤੂੰ ਹਿਰਦੇ ਵਿੱਚ ਹੰਕਾਰ ਕਰਦਾ, ਕਿਉਂ ਐਵੇਂ ਹੈਂਕੜਬਾਜੀ ਕਰ ਰਿਹਾ ਹੈ? ਮੈਂ ਹਾਂ ਕਰਤ ਪ੍ਰਕਾਸ਼। ਤੈਨੂੰ ਪ੍ਰਕਾਸ਼ ਪ੍ਰਗਟ ਕਰਨ ਵਾਲਾ ਮੈਂ ਹੀ ਆ, ਜਿਹੜਾ ਆਕਾਸ਼ ਦੇ ਰਾਹੀਂ ਬੋਲ ਰਿਹਾ ਬਾਣੀ ਦੇ ਰਾਹੀਂ। ਜੋ ਭਈ ਜਿਸ ਤੇ ਹੋਇਓ ਜਨਮ ਤੁਮਾਰਾ। ਇਸ ਤਰ੍ਹਾਂ ਹੋਰ ਵੀ ਸੁਣ ਲਾ, ਆ ਜਿਸ ਤੋਂ ਤੇਰਾ ਜਨਮ ਹੋਇਆ ਹੈ। ਤਿਹ ਕੋ ਖੋਜਹੁ ਆਏ ਵਿਚਾਰਾ। ਉਹ ਕਮਲ ਫੁੱਲ ਦੀ ਨਾਲੀ ਹੈ ਜਿੱਥੋਂ ਤੂੰ ਪੈਦਾ ਹੋਇਆ ਹੈ। ਉਹਨੂੰ ਖੋਜ, ਪਹਿਲਾਂ ਉਹਨੂੰ ਲੱਭ, ਫਿਰ ਤੈਨੂੰ ਵਿਚਾਰ ਆ ਜਾਏਗੀ, ਫਿਰ ਤੈਨੂੰ ਸਮਝ ਆ ਜਾਏਗੀ ਵੀ ਤੇਰਾ ਜਨਮਦਾਤਾ ਕਿਹੜਾ ਹੈ। ਸੁਣ ਕਰ ਬ੍ਰਹਮੇ ਬਚਨ ਉਚਾਰਾ। ਸੁਣ ਕਰਕੇ ਬ੍ਰਹਮਾ ਜੀ ਨੇ ਬਚਨ ਕਿਹਾ। ਭਲੀ ਭਾਂਤ ਸਭ ਸਥਲ ਨਿਹਾਰਾ। ਰੋਜ਼ ਹੀ ਤੈਨੂੰ ਪੜ੍ਹਾਉਣ ਡਿਆ ਹੈ। ਭਲੀ ਭਾਂਤ ਸਭ ਸਥਲ ਨਿਹਾਰਾ। ਕਹਿੰਦਾ ਵੀ ਬ੍ਰਹਮਾ ਅੱਗੋਂ ਬੋਲਿਆ, ਕਹਿੰਦਾ ਹੇ ਆਕਾਸ਼ਬਾਣੀ ਕਰਨ ਵਾਲੇ, ਆਕਾਸ਼ ਵਿੱਚ ਬੋਲਣ ਵਾਲੇ, ਮੈਂ ਤੇ ਚੰਗੀ ਤਰ੍ਹਾਂ ਸਾਰੇ ਥਾਵਾਂ ਨੂੰ ਦੇਖ ਲਿਆ, ਤੱਕ ਲਿਆ ਚਾਰ ਸਵੇਰੇ। ਕਾ ਮੈਂ ਹਾਂ ਕਾ ਜਲ ਹੈ ਹਾਂ। ਜਾਂ ਤੇ ਮੈਂ ਹੈਗਾ ਵਾਂ ਬ੍ਰਹਮਾ, ਤੇ ਜਾਂ ਦੂਸਰਾ ਇੱਥੇ ਜਾਲੀ ਪਾਣੀ ਕੱਲਾ ਹੈ। ਅਪਰ ਨਾ ਪਿਖਿਓ ਪੇਖ ਬਹੁ ਰਹਾ। ਮੈਂ ਤੇ ਬਹੁਤ ਵੇਖ ਰਿਹਾ ਇੱਧਰ ਉੱਧਰ, ਹੋਰ ਤੇ ਕੋਈ ਵੇਖਿਆ ਹੀ ਨਹੀਂ ਜਾਂਦਾ। ਜੇ ਕਰ ਤੀਜੋ ਹੈ ਕਿਹ ਥਾਈ। ਇਹ ਆਕਾਸ਼ ਵਿੱਚ ਬੋਲਣ ਵਾਲਿਆ, ਜੇ ਕਿਤੇ ਤੀਸਰਾ ਹੈਗਾ ਤੇ ਉਹ ਕਿਸ ਥਾਂ ਬੈਠਾ ਮੈਨੂੰ ਵੀ ਦਿਖਾ ਦੇ। ਸੋ ਮੋਕੋ ਅਬ ਦੇਹੋ ਬਤਾਈ। ਇਹ ਆਕਾਸ਼ ਵਿੱਚ ਬੋਲਣ ਵਾਲੇ, ਉਹ ਮੈਨੂੰ ਹੁਣੇ ਹੁਣੇ ਦੱਸ ਦੇ, ਦਿਖਾ ਦੇ। ਆ ਤਬ ਆਕਾਸ਼ ਬਾਣੀ ਨਾ ਕਹਾ। ਇਹ ਸੰਤੋ ਤਦੋਂ ਪਰਮੇਸ਼ਰ ਨੇ ਆਕਾਸ਼ ਬਾਣੀ ਦੇ ਰਾਹੀਂ ਬ੍ਰਹਮਾ ਨੂੰ ਫੇਰ ਕਿਹਾ। ਜਿਸ ਪਰ ਬੈਠ ਪਰਮ ਸੁਖ ਲਹਾ। ਇਹ ਬ੍ਰਹਮਾ, ਜਿਸ ਕਮਲ ਫੁੱਲ ਤੇ ਬੈਠ ਕੇ ਤੂੰ ਬੜਾ ਸੁਖ ਲੈ ਰਿਹਾ ਹੈ। ਸੋ ਆਪਣੀ ਤੋਂ ਆਦ ਪਛਾਨ। ਉਹਨੂੰ ਤੂੰ ਆਪਣੀ ਆਦ ਮੁੱਢ ਪਛਾਣ ਲਾ। ਉਹ ਤੇਰਾ ਮੁੱਢ ਹੀ ਆ। ਉਹ ਜਿਹੜੇ ਕਮਲ ਫੁੱਲ ਦੇ ਬੈਠਾ ਨਾ ਤੂੰ ਸੁਖ ਲੈ ਰਿਹਾ, ਇਹੋ ਤੇਰਾ ਉਤਪਤੀ ਦਾ ਕਾਰਨ ਹੈ, ਇਹੋ ਤੇਰਾ ਜਨਮਦਾਤਾ ਹੈ। ਇਸ ਕੋ ਖੋਜ ਗਰਭ ਪੁਨ ਠਾਨ। ਇਸ ਤੂੰ ਕਮਲ ਫੁੱਲ ਦੀ ਨਾਲੀ ਨੂੰ ਪਹਿਲਾਂ ਖੋਜ ਲਾ, ਲੱਭ ਲਾ, ਤੇ ਫਿਰ ਥੋੜਾ ਬਹੁਤਾ ਹੰਕਾਰ ਕਰੀ ਵੀ ਤੂੰ ਆਪਣੇ ਆਪ ਤੋਂ ਪੈਦਾ ਹੋਇਆ ਹੈ। ਦੇਖ ਕਮਲ ਬਿਦ ਗਿਰਾ ਉਚਾਰੀ। ਕਮਲ ਫੁੱਲ ਦੀ ਤਰਫ ਦੇਖ ਕੇ ਨਾ ਬ੍ਰਹਮਾ ਨੇ ਫਿਰ ਗਿਰਾ ਉਚਾਰੀ, ਬਚਨ ਕਿਹਾ। ਇਹ ਤੋ ਛੋਟੋ ਮੋਹਿ ਅਗਾਰੀ। ਇਹ ਆਕਾਸ਼ ਵਿੱਚ ਬੋਲਣ ਵਾਲੇ, ਆ ਜਿਹੜੇ ਕਮਲ ਦੀ ਗੱਲ ਕਰਦਾ ਏ ਤੇ ਮੇਰੇ ਅੱਗੇ ਛੋਟਾ ਜਿਹਾ ਹੀ ਹੈ। ਦਿਖਾ ਵਿਸਾਲ ਆਪਣੀ ਦੇਹੀ। ਮੈਂ ਤੇ ਆਪਣੀ ਦੇਹੀ ਸਰੀਰ ਬੜਾ ਤਗੜਾ ਦੇਖਦਾ, ਤੇ ਜਿਹੜੇ ਕਮਲ ਦੀ ਤੁਸੀਂ ਗੱਲ ਕਰਦੇ ਤੇ ਛੋਟਾ ਜਿਹਾ ਤੇ ਕੋਮਲ ਜਿਹਾ ਹੈ। ਅਸਮੰਜਸ ਪਨ ਆਏ ਨਾ ਕੇਹੀ। ਇਹ ਤੇ ਬੜੀ ਜਿਹੜੀ ਅਸਮੰਜਸੀ ਗੱਲ ਬਣ ਰਹੀ ਹੈ, ਅਣਬਣ ਜੀ ਬਣ ਰਹੀ ਹੈ। ਮੈਨੂੰ ਕਿਸੇ ਤਰ੍ਹਾਂ ਸਮਝ ਨਹੀਂ ਆ ਰਹੀ ਵੀ ਮੈਂ ਐਡਾ ਤਗੜਾ
ਤੇ ਕਮਲ ਫੁੱਲ ਚੋਂ ਕਿਵੇਂ ਪੈਦਾ ਹੋ ਗਿਆ। ਅਲਪ ਵਸਤ ਕਸ ਜਨ ਹੈ ਵਿਸਾਲਾ। ਜਿਹੜੀ ਛੋਟੀ ਵਸਤੂ ਆ ਕਿਸ ਤਰ੍ਹਾਂ ਭਲਾ ਵੱਡੀ ਚੀਜ਼ ਨੂੰ ਜਣ ਸਕਦੀ, ਪੈਦਾ ਕਰ ਸਕਦੀ ਹੈ। ਨਭ ਮਹਿ ਬੋਲੇ ਬਹਰ ਅਕਾਲਾ। ਇਹ ਸੰਤੋ ਜੋ ਅਕਾਲ ਪੁਰਖ ਪਰਮਾਤਮਾ ਹੈ, ਆਕਾਸ਼ ਬਾਣੀ ਦੇ ਰਾਹੀਂ ਫਿਰ ਬੋਲੇ ਬ੍ਰਹਮਾ ਨੂੰ। ਜਬ ਪਲ ਭਾਂਤ ਖੋਜ ਨਾ ਠਾਨਹ। ਇਹ ਬ੍ਰਹਮਾ ਜਦੋਂ ਤੂੰ ਚੰਗੀ ਤਰ੍ਹਾਂ ਇਹ ਕਮਲ ਫੁੱਲ ਦੀ ਨਾਲੀ ਨੂੰ ਖੋਜੇਗਾ, ਲੱਭੇਗਾ, ਅਲਪ ਵਿਸਾਲ ਤਬ ਹੈ ਪਹਿਚਾਨਹ। ਤਦੋਂ ਹੀ ਤੂੰ ਪਛਾਣੇਗਾ ਵੀ ਇਹ ਕਮਲ ਫੁੱਲ ਛੋਟਾ ਕਿ ਜਾਂ ਵੱਡਾ ਹੈ, ਵੀ ਤੂੰ ਕੀ ਹੈ ਤੇ ਕਮਲ ਫੁੱਲ ਕੀ ਹੈ ਭਲਾ। ਸੁਨ ਕਾ ਬ੍ਰਹਮਾ ਚਕਰਤ ਹੋਵਾ। ਸੁਣ ਕੇ ਬ੍ਰਹਮਾ ਬੜਾ ਹੈਰਾਨ ਹੋਇਆ ਵੀ ਇਹ ਤੇ ਬੜਾ ਪੰਗਾ ਪੈ ਗਿਆ ਕਮਲ ਫੁੱਲ ਵੱਲੋਂ। ਚਿੰਤਾ ਕਰਤ ਕਮਲ ਦਿਸ ਜੋਵਾ। ਬੜੀ ਚਿੰਤਾ ਕਰਦਿਆਂ ਕਮਲ ਫੁੱਲ ਦੀ ਤਰਫ ਇਹਨੇ ਵੇਖਿਆ, ਬ੍ਰਹਮਾ ਨੇ ਟੇਢਾ ਜਿਹਾ। ਮੈਂ ਵਿਸਾਲ ਇਹੋ ਅਲਪ ਦਿਸਾਈ। ਕਹਿੰਦਾ ਹੈ ਬ੍ਰਹਮਾ ਤੂੰ ਵੇਖ ਇੰਨਾ ਤਗੜਾ ਹੈ, ਇਹ ਕਮਲ ਫੁੱਲ ਤੇ ਬੜਾ ਕੋਮਲ ਹੈ, ਕੂਲਾ ਹੈ ਤੇ ਛੋਟਾ ਦਿਸ ਰਿਹਾ ਹੈ। ਉਤਪਤ ਮਾਮਾ ਕਿਸ ਬਿਦ ਬਨ ਆਈ। ਫੇਰ ਭਲਾ ਵੀ ਕਿਸ ਤਰ੍ਹਾਂ ਨਾਲ, ਕਿਸ ਢੰਗ ਨਾਲ ਮੇਰਾ ਜਿਹੜਾ ਉਤਪਤੀ ਇਹਦੇ ਵਿੱਚੋਂ ਬਣ ਆਈ ਹੈ, ਗੱਲ ਹੀ ਨਹੀਂ ਬਣਦੀ, ਤੇ ਜਮਾ ਹੀ ਝੂਠ ਲੱਗਦਾ ਮੈਨੂੰ। ਬਹੁ ਚਿਤਵਤ ਅਸ ਹਿਰਦਾ ਵਿਚਾਰੀ। ਇਹ ਸੰਤੋ ਬਹੁਤ ਹਿਰਦੇ ਵਿੱਚ ਵਿਚਾਰਾਂ ਕਰਦਾ, ਸੋਚਾਂ ਵਿਚਾਰਾਂ ਵਿਚਾਰਦਾ ਬ੍ਰਹਮਾ। ਹਨੋ ਲਾਤ ਜੇ ਲੈ ਸਹਾਰੀ। ਫਿਰ ਇਹਨੇ ਵਿਚਾਰਿਆ, ਕਹਿੰਦਾ ਮੈਂ ਲੱਤ ਮਾਰਾਂਗਾ ਪਹਿਲਾਂ ਕਮਲ ਨੂੰ, ਜੇ ਕਮਲ ਫੁੱਲ ਨੇ ਮੇਰੀ ਲੱਤ ਸਹਾਰ ਲਈ ਤੋ ਜਾਨਹ ਗੋ ਇਹ ਮਮ ਆਦ। ਤਾਂ ਮੈਂ ਜਾਣਾਂਗਾ ਵੀ ਇਹ ਮੇਰੀ ਆਦ ਹੈ, ਮੇਰਾ ਉਤਪਤੀ ਦਾ ਕਾਰਨ ਹੈ, ਮੇਰਾ ਜਨਮਦਾਤਾ ਹੈ। ਜੇ ਮੈਂ ਲੱਤ ਮਾਰੀ ਤੇ ਮੇਰੀ ਇਹ ਲੱਤ ਸਹਿ ਗਿਆ ਕਮਲ ਫੁੱਲ। ਟੂਟ ਗਇਓ ਜਬ ਸਮਝੇ ਬਾਦ। ਜੇ ਕਮਲ ਫੁੱਲ ਲੱਤ ਮਾਰਿਆ ਟੁੱਟ ਗਿਆ ਤੇ ਮੈਂ ਸਮਝਾਂਗਾ ਵੀ ਆ ਜਿਹੜਾ ਆਕਾਸ਼ਵਾਣੀ ਰਹੀ ਬੋਲ ਰਿਹਾ ਨਾ ਮੈਨੂੰ, ਇਹ ਵਿਅਰਥ ਹੀ ਬੋਲਦਾ ਹੈ, ਸਮਝਾਂਗਾ ਵਿਅਰਥ ਹੀ ਬਕ ਰਿਹਾ ਹੈ। ਕਰ ਵਿਚਾਰ ਤਬ ਲਾਤ ਪਰਹਾਰੀ। ਇਹ ਸੰਤੋ ਐਵੇਂ ਬ੍ਰਹਮਾ ਨੇ ਵਿਚਾਰ ਕਰਕੇ ਤੇ ਲੱਤ ਕੱਢ ਕੇ ਕਮਲ ਫੁੱਲ ਨੂੰ ਬੜੀ ਜ਼ੋਰ ਨਾਲ ਮਾਰੀ। ਚੱਲਿਓ ਨਾ ਕਮਲ ਦੁਤੀय ਤਬ ਮਾਰੀ। ਕਮਲ ਫੁੱਲ ਤੇ ਐ ਸਿੱਧਾ ਹੀ ਰਿਹਾ, ਚਲਾਏਮਾਨ ਹੀ ਨਹੀਂ ਹੋਇਆ, ਭਾਵ ਡਾਵਾਂ ਡੋਲ ਕਮਲ ਹੋਇਆ ਨਹੀਂ, ਸਿੱਧਾ ਹੀ ਰਿਹਾ। ਗੁੱਸੇ ਵਿੱਚ ਆ ਕੇ ਨੇ ਦੂਸਰੀ ਲੱਤ ਵੀ ਮਾਰੀ। ਹਨਤ ਪਰਿਓ ਤਿਹ ਕੇ ਮਦ ਜਾਈ। ਜਦੋਂ ਇਹਨੇ ਦੂਸਰੀ ਲੱਤ ਮਾਰੀ ਹੈ, ਕਮਲ ਫੁੱਲ ਦੀ ਨਾਲੀ ਵਿੱਚ ਡਿੱਗ ਪਿਆ ਹੈ, ਮਾਰਦਿਆਂ ਲਾਤੀ ਜਾ ਪਿਆ ਵਿੱਚ ਕਮਲ ਦੀ ਨਾਲੀ ਵਿੱਚ। ਗਇਓ ਨਾਲ ਮਹਿ ਠੌਰ ਨਾ ਪਾਈ। ਐਵੇਂ ਨਾਲ ਵਿੱਚ ਚਲਿਆ ਗਿਆ ਤੇ ਐਸਾ ਥਾਂ ਚਲਿਆ ਗਿਆ ਇਹਨੇ ਅੰਤ ਹੀ ਨਹੀਂ ਪਾਇਆ, ਥਾਂ ਹੀ ਨਹੀਂ ਪਾ ਰਿਹਾ। ਕਮਲ ਦੀ ਨਾਲੀ ਵਿੱਚ ਹਨੇਰਾ ਹੀ ਹਨੇਰਾ, ਘੁੱਪ ਹਨੇਰਾ। ਐਸਾ ਵਿਚਾਰਾ ਬ੍ਰਹਮਾ ਫਸ ਗਿਆ, ਡੁੱਬ ਗਿਆ। ਫਿਰ ਤੇ ਸਾਧ ਸੰਗਤ ਜੀ ਜਿਵੇਂ ਬੇਨਤੀਆਂ ਕਰਦਾ ਹੈ, ਜਿਵੇਂ ਹੱਥ ਜੋੜਦਾ ਹੈ, 36 ਯੁੱਗ ਉਹ ਕਮਲ ਦੀ ਨਾਲੀ ਵਿੱਚ ਹੀ ਡਿੱਗਾ ਰਿਹਾ ਸੀ। ਐਸੀ ਪਰਮੇਸ਼ਰ ਹੈ, ਐਸੀ ਪਰਮਾਤਮਾ ਦੀ ਕਲਾ ਹੈ ਸਾਧ ਸੰਗਤ ਜੀ। ਉਹ ਜੋ ਕਮਲ ਹੈ ਨਾ, ਕਮਲ ਉਹ ਮਾਨੋ ਪਰਮੇਸ਼ਰ ਦੀ ਮਾਇਆ ਹੈ, ਜਿਹੜੀ ਨਾਲੀ ਹੈ। ਤੇ ਪਰਮਾਤਮਾ ਦੀ ਜਿਹੜੀ ਨਾਲੀ ਰੂਪ ਮਾਇਆ, ਉਹਦਾ ਅੰਤ ਬ੍ਰਹਮਾ ਨਹੀਂ ਪਾ ਸਕਿਆ, ਤੇ ਪਰਮਾਤਮਾ ਦਾ ਅੰਤ ਕਿੱਥੋਂ ਪਾ ਲੈਣਾ। ਐਡਾ ਤਕੜਾ ਦੇਵਤਾ ਅੰਤ ਨਹੀਂ ਪਾ ਸਕਿਆ, ਜਿਹੜਾ ਪਹਿਲਾਂ ਪੈਦਾ ਜਿਹਨੂੰ ਕੀਤਾ ਹੈ, ਪੈਦਾਇਸ਼ ਕੀਤੀ ਹੈ। ਤੇ ਸਾਡੇ ਵਰਗੇ ਕੀ ਅੰਤ ਪਾ ਸਕਦੇ ਸਾਧ ਸੰਗਤ ਜੀ। ਅਸੀਂ ਤੇ ਅੰਤ ਪਾਉਣ ਨੂੰ ਨਿਕਲ ਜਾਂਦੇ ਰੋਜ਼ ਹੀ, ਪਰ ਅੰਤ ਨਹੀਂ ਪਾ ਸਕਦੇ। ਆ ਜਿਹੜਾ ਗੁਰੂ ਦੇ ਨਾਲ ਜਿਹੜੀਆਂ ਮਨ ਆਈਆਂ ਕਰਨੀਆਂ, ਮਨ ਮਰਜ਼ੀਆਂ ਕਰਨੀਆਂ, ਇਹ ਅੰਤ ਪਾਉਣਾ ਹੀ ਹੈ। ਤੇ ਇਹੀ ਅੰਤ ਪਾਉਣਾ ਦੁੱਖ ਦਿੰਦਾ ਸਾਨੂੰ ਬਾਅਦ ਵਿੱਚ। ਜਿਵੇਂ ਸਾਧ ਸੰਗਤ ਜੀ ਉਹ ਪ੍ਰਸੰਗ ਚੱਲ ਰਿਹਾ ਹੈ, ਥੋੜ੍ਹਾ ਜਿਹੜਾ ਅੱਧਾ ਪ੍ਰਸੰਗ ਰਹਿ ਗਿਆ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰ ਲਵਾਂਗੇ। ਨਾਲੇ ਪ੍ਰਸੰਗ ਦੀ ਸੰਪੂਰਨਤਾ ਜਿਹੜੀ ਹੈ ਮੁਕੰਮਲ ਤੌਰ 'ਤੇ ਕੱਲ੍ਹ ਦੇ ਦੀਵਾਨਾਂ ਵਿੱਚ ਹੋ ਜਾਏਗੀ। ਹੁਣ ਆਪਾਂ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਕਰ ਵਿਚਾਰ ਤਬ ਲਾਤ ਪਰਹਾਰੀ। ਚੱਲਿਓ ਨਾ ਕਮਲ ਦੁਤੀय ਤਬ ਮਾਰੀ। ਹਨਤ ਪਰਿਓ ਤਿਹ ਕੇ ਮਦ ਜਾਈ।
ਗਇਓ ਨਾਲ ਮਹਿ ਠੌਰ ਨਾ ਪਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।